मैं मूर्ख की केतक बात है, कोट पराधी तरियारे। गुरु नानक जिन सुनिया पेखिया, से फिर गर्भास न परियारे। गुरु नानक जिन सुनिया पेखिया, से फिर गर्भास न परियारे। धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਪਾਕ ਹਜ਼ੂਰੀ ਵਿੱਚ ਮਨੁੱਖਾ ਜੀਵਨ ਵਿੱਚ ਮਿਲੀਆਂ ਹੋਈਆਂ ਇਹ ਪਾਵਨ ਘੜੀਆਂ ਨੂੰ ਸਫਲ ਕਰਨ ਲਈ ਗੁਰੂ ਮਹਾਰਾਜ ਦੇ ਚਰਨਾਂ ਦਾ ਸਾਰਿਆਂ ਨੇ ਓਟ ਆਸਰਾ ਲਿਆ ਹੈ। ਸੰਗਤਾਂ ਪਾਸੋਂ ਗੁਰਬਾਣੀ ਦਾ ਮਨੋਹਰ ਕੀਰਤਨ ਆਪ ਸਭਨਾਂ ਨੇ ਸਰਵਣ ਕੀਤਾ ਹੈ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ। ਆਓ ਅਸਥਾਨ ਤੇ ਲੜੀਵਾਰ ਆਨੰਦ ਸਾਹਿਬ ਬਾਣੀ ਦੀ ਵਿਚਾਰ ਚੱਲ ਰਹੀ ਹੈ। ਵਿਚਾਰ ਅਧੀਨ ਹੁਣ ਤੱਕ ਰਲ ਮਿਲ ਕੇ 5 ਪੌੜੀਆਂ ਵਿਚਾਰੀਆਂ ਹਨ। ਅੱਜ 6ਵੀਂ ਪੌੜੀ ਦਾ ਪਾਠ ਕਰਾਂਗੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਵਾਜੋਂ, ਕਿਆ ਕਰੇ ਬੇਚਾਰੀਆ। ਸੋ ਜਿਤਨੀਆਂ ਵੀ ਸੰਗਤਾਂ ਗੁਰੂ ਦਰਬਾਰ ਦੇ ਵਿੱਚ ਜੁੜ ਬੈਠੀਆਂ ਹਨ ਜਾਂ ਦੇਸ਼ ਪ੍ਰਦੇਸ਼ ਵਿੱਚ ਇਸ ਪ੍ਰੋਗਰਾਮ ਨੂੰ ਸਰਵਣ ਕਰਦੀਆਂ ਹਨ, ਆਪੋ ਆਪਣੀਆਂ ਮਨੋਬਿਰਤੀਆਂ ਗੁਰਚਰਨਾਂ 'ਚ ਟਿਕਾਓ। ਇਸ ਪੌੜੀ ਦਾ ਮੂਲ ਪਾਠ ਤੇ ਉਪਰੰਤ ਵਿਚਾਰ ਨਾਲ ਜੁੜਾਂਗੇ। ਪ੍ਰੇਮ ਸਹਿਤ ਗੁਰਫਤਿਹ ਦੀ ਸਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਰਲ ਮਿਲ ਕੇ ਸੰਗਤੀ ਰੂਪ ਦੇ ਵਿੱਚ ਸਾਰੇ ਉੱਚੀ ਆਵਾਜ਼ 'ਚ ਪਾਠ ਕਰੋ। ਉਪਰੰਤ ਜੋ ਗੁਰਦੇਵ ਨੇ ਉਪਦੇਸ਼ ਬਖਸ਼ਿਆ ਹੈ ਉਹਨੂੰ ਰਲ ਮਿਲ ਕੇ ਸਮਝਣ ਦਾ ਯਤਨ ਕਰਾਂਗੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਵਾਜੋਂ, ਦੇਹ ਨਿਮਾਣੀ ਲਿਵੈ ਵਾਜੋਂ, ਕਿਆ ਕਰੇ ਬੇਚਾਰੀਆ, ਕਿਆ ਕਰੇ ਬੇਚਾਰਿਆ। ਤੁਧ ਬਾਝ ਸਮਰਥ ਕੋਇ ਨਾਹੀ, ਤੁਝ ਬਾਝ ਸਮਰਥ ਕੋਇ ਨਾਹੀ। ਕਿਰਪਾ ਕਰ ਬਨਵਾਰੀਆ, ਕਿਰਪਾ
ਕਰ ਬਨਵਾਰਿਆ। ਇਸ ਨੂੰ ਹੋਰ ਥਾਉ ਨਾਹੀ, ਇਸ ਨੂੰ ਹੋਰ ਥਾਉ ਨਾਹੀ। ਸ਼ਬਦ ਲਾਗ ਸਵਾਰੀਆ, ਸ਼ਬਦ ਲਾਗ ਸਵਾਰਿਆ। ਕਹਿ ਨਾਨਕ ਲਿਵੈ ਬਾਝੋਂ, ਕਹਿ ਨਾਨਕ ਲਿਵੈ ਬਾਝੋਂ। ਕਿਆ ਕਰੇ ਵਿਚਾਰੀਆ, ਕਿਆ ਕਰੇ ਵਿਚਾਰਿਆ। ਕਹਿ ਨਾਨਕ ਲਿਵੈ ਬਾਝੋਂ, ਕਹਿ ਨਾਨਕ ਲਿਵੈ ਬਾਝੋਂ। ਕਿਆ ਕਰੇ ਵਿਚਾਰੀਆ। ਕਿਆ ਕਰੇ ਵਿਚਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਮਹਾਰਾਜ ਇਸ ਸਰੀਰ ਦੀ ਤੇ ਸਾਡੇ ਮਨ ਦੀ ਹਾਲਤ ਦੱਸ ਰਹੇ ਹਨ ਕਿ ਜੇ ਸਾਡਾ ਮਨ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਨਹੀਂ ਜੁੜਿਆ ਤੇ ਅਸੀਂ ਕਿਤਨੇ ਨਿਮਾਣੇ ਤੇ ਨਿਤਾਣੇ ਹਾਂ। ਆਪਾਂ ਕਈ ਵਾਰੀ ਆਖ ਕੇ ਦਿੰਦੇ ਨੇ ਬੜਾ ਨਿਮਾਣਾ ਬੰਦਾ ਹੈ, ਬਹੁਤੀ ਵਾਰੀ ਕਹਿੰਦੇ ਨੇ ਵਿਚਾਰਾ ਆਪਣੇ ਕਰਮਾਂ ਤੋਂ ਤੰਗ ਹੈ। ਵਿਚਾਰਾ ਅੱਖਰ ਦਾ ਅਰਥ ਇਹੀ ਹੈ, ਆਓ ਕਿ ਵਿਚਾਰੀ ਉਹ ਜਿੰਦ, ਉਹ ਆਤਮਾ, ਉਹ ਮਨ, ਉਹ ਸਰੀਰ, ਜਿਹੜਾ ਸਰੀਰ ਨਿਤਾਣਾ ਤੇ ਨਹੀਂ ਆਸਰਾ ਹੋ ਗਿਆ। ਇਸ ਸਰੀਰ ਦਾ ਕੋਈ ਆਸਰਾ ਨਹੀਂ, ਇਹ ਉਦੋਂ ਤੱਕ ਨਿਮਾਣਾ ਹੈ, ਨਿਤਾਣਾ ਹੈ ਜਦੋਂ ਤੱਕ ਇਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੀਤ ਨਹੀਂ ਪਾ ਲੈਂਦਾ, ਪਿਆਰ ਨਹੀਂ ਪਾ ਲੈਂਦਾ। ਕਿਉਂਕਿ ਮਨੁੱਖਾ ਜੀਵਨ ਯਾਤਰਾ ਲਈ ਗੁਰਬਾਣੀ ਵਿੱਚ ਵਿਸ਼ੇਸ਼ ਕਰਕੇ 2 ਰਾਹ ਦੱਸੇ ਹਨ। ਜੋ ਸਾਡੀ ਮਨੁੱਖਾ ਜੀਵਨ ਦੀ ਯਾਤਰਾ ਹੈ ਨਾ, ਇਹਦੇ 2 ਰਸਤੇ ਹਨ। ਜਿਸ ਜੀਵਨ ਨੂੰ ਅਸੀਂ ਹੰਢਾ ਰਹੇ ਹਾਂ, ਇਸ ਜੀਵਨ ਦੇ ਜਿਤਨੇ ਵੀ ਪਾਂਧੀ ਹਨ, ਜਿਸ ਰਸਤੇ ਤੇ ਚੱਲਣ ਵਾਲੇ ਜਿਹੜੇ ਜਿਗਿਆਸੂ ਹਨ, ਗੁਰੂ ਸਾਹਿਬ ਜੀ ਨੇ ਸਾਨੂੰ 2 ਰਸਤੇ ਦਰਸਾਏ। ਇੱਕ ਹੈ ਲਿਵ ਦਾ, ਦੂਜਾ ਹੈ ਧਾਤ ਦਾ। ਲਿਵ ਦਾ ਅਰਥ ਹੈ ਪ੍ਰਭੂ ਚਰਨਾਂ ਵਿੱਚ ਲਗਨ, ਤੇ ਦੂਜਾ ਹੈ ਕਿ ਮਾਇਆ ਦੇ ਵਿੱਚ ਮਗਨ ਹੋਣਾ ਤੇ ਮਾਇਆ ਨਾਲ ਲਗਨ ਲੱਗਣੀ। ਇਹ 2 ਹੀ ਰਸਤੇ ਨੇ ਸਾਡੇ। ਜਾਂ ਤਾਂ ਅਸੀਂ ਪ੍ਰਭੂ ਚਰਨਾਂ 'ਚ ਲਗਨ ਲਗਾ ਲਵਾਂਗੇ ਜਾਂ ਮਾਇਆ ਨਾਲ ਸਾਡਾ ਪ੍ਰੇਮ ਪੈ ਜਾਏਗਾ। ਇਸ ਨੂੰ ਗੁਰਬਾਣੀ ਨੇ ਆਖਿਆ ਲਿਵ ਧਾਤ 2 ਰਾਹ ਹੈ, 2 ਰਸਤੇ ਹਨ, ਲਿਵ ਦਾ ਤੇ ਧਾਤ ਦਾ। ਲਿਵ ਦਾ ਅਰਥ ਹੈ ਸੱਚੀ ਪ੍ਰੀਤ, ਧਾਤ ਦਾ ਅਰਥ ਹੈ ਮਾਇਆ। ਗੁਰੂ ਗ੍ਰੰਥ ਸਾਹਿਬ ਜੀ ਆਖਦੇ ਨੇ ਕਿ ਇਹ ਜੀਵਨ ਦੇ 2 ਰਸਤੇ ਹਨ। ਇਹ ਵੀ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਹਨ। ਲਿਵ ਧਾਤ 2 ਰਾਹ ਹੈ, ਹੁਕਮੀ ਕਾਰ ਕਮਾਏ। ਅਸੀਂ ਹੁਕਮ ਦੇ ਵੱਜੇ ਹੋਏ ਜੀਵ ਕਾਰ ਕਰਦੇ ਹਾਂ। ਗੁਰਮੁਖ ਆਪਣਾ ਮਨ ਮਾਰਿਆ। ਜਿਹੜਾ ਗੁਰੂ ਦੇ ਸਨਮੁਖ ਹੋ ਜਾਂਦਾ ਹੈ, ਉਹ ਆਪਣੇ ਮਨ ਨੂੰ, ਆਪਣੀ ਖੁਆਇਸ਼ਾਂ ਨੂੰ, ਮਾਇਆ ਵਾਲੀ ਜਿਹੜੀ ਪਕੜ ਹੈ, ਮਾਇਆ ਦੀ ਲਗਨ ਹੈ, ਉਹਨੂੰ ਮਾਰ ਲੈਂਦਾ ਹੈ ਤੇ ਸ਼ਬਦ ਕਸਵੱਟੀ ਲਾਏ। ਮਾਰਦਾ ਕਿਵੇਂ ਹੈ? ਉਹ ਆਪਣੇ ਮਨ ਦੇ ਉੱਤੇ ਸ਼ਬਦ ਦੀ ਕਸਵੱਟੀ ਲਾਉਂਦਾ ਹੈ, ਸ਼ਬਦ ਰਾਹੀਂ ਆਪਣੇ ਆਪ ਨੂੰ ਮਾਪਦਾ ਹੈ, ਸ਼ਬਦ ਦੇ ਗਿਆਨ ਰਾਹੀਂ ਆਪਣੇ ਜੀਵਨ ਨੂੰ ਤੋਲਦਾ ਹੈ, ਆਪਣੇ ਜੀਵਨ ਨੂੰ ਦੇਖਦਾ ਹੈ ਕਿ ਗੁਰੂ ਕੇ ਸ਼ਬਦ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ। ਜਦੋਂ ਆਪਾਂ ਗੁਰੂ ਸਾਹਿਬ ਦੇ ਸ਼ਬਦ ਦੀ ਕਸਵੱਟੀ ਲਾਵਾਂਗੇ ਨਾ ਆਪਣੇ ਜੀਵਨ 'ਚ, ਤੇ ਸਾਨੂੰ ਗੁਰਦੇਵ ਪਿਤਾ ਦੱਸ ਦੇਣਗੇ ਕਿ ਇਸ ਮਾਇਆ ਦੇ ਪਿੱਛੇ ਬੜੇ ਲੋਕ ਗਏ। ਹਰ ਇੱਕ ਨੇ ਯਤਨ ਕੀਤਾ ਇਸ ਮਾਇਆ ਵਿੱਚੋਂ ਸੁੱਖ ਲੱਭਣ ਦਾ, ਪਰ ਕਿਸੇ ਨੂੰ ਇਹ ਸੁੱਖ ਦੀ ਪ੍ਰਾਪਤੀ ਹੋਈ ਨਹੀਂ, ਸੁੱਖ ਮਿਲਿਆ ਨਹੀਂ ਮਾਇਆ ਵਿੱਚੋਂ। ਯਾਦ ਰੱਖਣਾ, ਇੱਕ ਨਹੀਂ ਅਨੇਕਾਂ ਹੀ ਸੰਸਾਰ ਦੇ ਲੋਕ ਨੇ ਜਿਹੜਾ ਕਿ ਇਸ ਰਸਤੇ ਤੇ ਇਸ ਰਾਹ ਦੇ ਉੱਤੇ ਤੁਰਦੇ ਹਨ।
ਇਸ ਕਰਕੇ ਮਹਾਰਾਜ ਆਖਦੇ ਨੇ, ਜਦੋਂ ਮੈਂ ਵੇਖਦਾ ਹਾਂ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਏ। ਜੋ ਸੁਖ ਗੋਬਿੰਦ ਦੀ ਸੇਵਾ ਵਿੱਚ ਹੈ, ਵਾਹਿਗੁਰੂ ਦੀ ਸੇਵਾ ਵਿੱਚ ਹੈ, ਉਹ ਰਾਜ ਪਾਠ ਵਿੱਚ ਵੀ ਨਹੀਂ। ਦੂਰੋਂ ਲੱਗਦਾ ਸਾਨੂੰ ਵੀ ਜੇ ਕਿਤੇ ਕਾਸ਼ ਸਾਡੇ ਕੋਲ ਰਾਜ ਪਾਠ ਹੁੰਦਾ। ਪਰ ਗੁਰੂ ਸਾਹਿਬ ਜੀ ਨੇ ਸਾਡਾ ਭੁਲੇਖਾ ਸ਼ਬਦ ਰਾਹੀਂ ਦੂਰ ਕਰ ਦਿੱਤਾ। ਜਦੋਂ ਆਪਾਂ ਗੁਰਬਾਣੀ ਨਾਲ ਜੁੜਦੇ ਹਾਂ ਨਾ, ਗੁਰੂ ਸ਼ਬਦ ਨਾਲ ਜੁੜਦੇ ਹਾਂ, ਤਾਂ ਗੁਰੂ ਕਾ ਉਪਦੇਸ਼ ਸਾਨੂੰ ਕੀ ਸਮਝਾਉਂਦਾ ਹੈ? ਫਰੀਦਾ ਮੈਂ ਜਾਣਿਆ ਦੁਖ ਮੁਝਕੂ ਦੁਖ ਸਵਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅਗ। ਜਦੋਂ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੁੜਾਂਗੇ ਨਾ, ਤਾਂ ਕਬੀਰ ਸੂਖ ਨਾ ਇਹ ਜੁਗ ਕਰੈ ਜੋ ਬਹੁਤੇ ਮੀਤ। ਸਾਨੂੰ ਤੇ ਸਾਰੀ ਗੱਲ ਸਮਝਾ ਦਿੱਤੀ ਸ਼ਬਦ ਰਾਹੀਂ ਵੀ ਤੂੰ ਸੋਚੇ ਬਹੁਤੇ ਮਿੱਤਰ ਬਣਾ ਲਵਾਂਗਾ ਤੇ ਸੁਖੀ ਹੋ ਜਾਵਾਂਗਾ, ਤੇ ਬਹੁਤੇ ਮਿੱਤਰ ਬਣਾਉਣ ਨਾਲ ਕੋਈ ਸੁਖੀ ਨਹੀਂ ਹੁੰਦਾ। ਬਹੁਤਾ ਧਨ ਕਮਾਉਣ ਨਾਲ ਕੋਈ ਸੁਖੀ ਨਹੀਂ ਹੁੰਦਾ। ਬਹੁਤਾ ਰਾਜ ਪਾਠ ਕਰਨ ਦੇ ਨਾਲ ਕੋਈ ਸੁਖੀ ਨਹੀਂ ਹੁੰਦਾ। ਗੁਰਬਾਣੀ ਨੇ ਸਾਰੀ ਗੱਲਾਂ ਸਿੱਖ ਨੂੰ ਸਮਝਾ ਦਿੱਤੀਆਂ। ਕਬੀਰ ਸੂਖ ਨਾ ਇਹ ਜੁਗ ਕਰੈ ਜੋ ਬਹੁਤੇ ਮੀਤ, ਜੋ ਚਿਤ ਰਾਖੈ ਰਾਮ ਸਿਓ ਤੇ ਸੁਖ ਪਾਵੈ ਨੀਤ। ਜਿਹੜੇ ਪਰਮਾਤਮਾ ਨਾਲ ਆਪਣਾ ਮਨ ਜੋੜ ਲੈਂਦੇ, ਉਹ ਸੁਖ ਨਿੱਤਾ ਪ੍ਰਤੀ ਹੁੰਦੇ ਨੇ, ਹਰ ਰੋਜ਼ ਸੁਖੀ ਹੁੰਦੇ ਨੇ। ਜੇ ਤੁਸੀਂ ਗੁਰੂ ਚਰਨਾਂ 'ਚ ਜੁੜਦੇ ਹੋ, ਗੁਰੂ ਦੇ ਸ਼ਬਦ ਨਾਲ ਆਪਣੀ ਸੁਰਤ ਜੋੜਦੇ ਹੋ, ਤੁਸੀਂ ਇਸ ਵੇਲੇ ਸੁਖੀ ਹੋ ਜਾਂਦੇ ਹੋ। ਤੁਹਾਨੂੰ ਕੋਈ ਦੁੱਖ ਨਹੀਂ ਰਹਿ ਜਾਂਦਾ। ਜਦੋਂ ਗੁਰੂ ਚਰਨਾਂ ਨਾਲ, ਗੁਰੂ ਸ਼ਬਦ ਨਾਲ ਸੁਰਤ ਟੁੱਟ ਜਾਂਦੀ ਹੈ, ਫਿਰ ਅਸੀਂ ਦੁਖੀ ਹੋ ਜਾਂਦੇ ਹਾਂ। ਮਾਇਆ ਨਾਲ ਸੁਰਤ ਜੁੜੀ ਨਹੀਂ, ਉਸ ਵੇਲੇ ਹੀ ਅਸੀਂ ਦੁਖੀ ਹੋਏ ਨੇ। ਕਿਉਂਕਿ ਮਾਇਆ ਕੋਈ ਕੇਵਲ ਧਨ ਦਾ ਨਾਮ ਨਹੀਂ ਹੈ, ਮਾਇਆ ਕੇਵਲ ਪਦਾਰਥਾਂ ਦਾ ਨਾਮ ਨਹੀਂ ਹੈ। ਗੁਰੂ ਸਾਹਿਬ ਨੇ ਮਾਇਆ ਬਾਰੇ ਸਾਨੂੰ ਸਮਝਾਇਆ ਕਿ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਸਭ ਕੁਝ ਮਾਇਆ, ਜਿਹਦੇ ਨਾਲ ਹਰੀ ਪਰਮਾਤਮਾ ਵਿਸਰ ਜਾਂਦਾ ਹੈ, ਦੂਜੇ ਨਾਲ ਪ੍ਰੇਮ ਪੈ ਜਾਂਦਾ ਹੈ, ਉਹ ਸਭ ਕੁਝ ਮਾਇਆ ਹੈ। ਦੇਖੋ ਨਾ, ਜਦੋਂ ਆਪਾਂ ਗੁਰੂ ਚਰਨਾਂ 'ਚ ਬਹਿੰਦੇ ਹਾਂ, ਗੁਰੂ ਸਾਹਿਬ ਦੀ ਬਾਣੀ ਨਾਲ ਜੁੜਦੇ ਹਾਂ, ਸ਼ਬਦ ਨਾਲ ਜੁੜਦੇ ਹਾਂ, ਸਾਡੀਆਂ ਬੇਅੰਤ ਚਿੰਤਾਵਾਂ ਦੂਰ ਹੋ ਜਾਂਦੀਆਂ। ਅਸੀਂ ਅੰਦਰੋਂ ਇਸ ਤਰ੍ਹਾਂ ਹੋ ਜਾਂਦੇ ਹਲਕੇ ਜਿਹੇ ਵੀ ਹੁਣ ਸਾਨੂੰ ਕੋਈ ਦੁੱਖ ਨਹੀਂ ਰਿਹਾ। ਇੱਦਾਂ ਹੀ ਹੈ ਨਾ ਜੀ। ਜਦੋਂ ਤੁਸੀਂ ਬਾਣੀ ਨਾਲ ਜੁੜੋਗੇ, ਸ਼ਬਦ ਨਾਲ ਜੁੜੋਗੇ, ਤੇ ਆਪਣੇ ਆਪ ਨੂੰ ਹਲਕਾ ਪ੍ਰਤੀਤ ਕਰੋਗੇ। ਪਰ ਜਦੋਂ ਸੰਸਾਰ ਦੀ ਵਿਚਾਰਾਂ ਨਾਲ ਜੁੜੋਗੇ ਤੇ ਭਾਰਾਪਨ ਆਏਗਾ। ਕਿਉਂਕਿ ਸੰਸਾਰ ਦੀ ਜਿਹੜੀ ਵਿਚਾਰਧਾਰਾ ਹੈ, ਮਾਇਕ ਜਿਹੜੀ ਵਿਚਾਰਧਾਰਾ ਹੈ, ਉਹ ਬੰਦੇ ਨੂੰ ਕਹਿੰਦੀ ਹੋਰ 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 ਦੇ ਚੱਕਰ ਦੇ ਵਿੱਚ ਬੰਦਾ ਦੁਖੀ ਹੋਣਾ ਸ਼ੁਰੂ ਹੋ ਜਾਂਦਾ। ਉਸ ਨੂੰ ਲੱਗਦਾ ਹੈ ਕਿ ਅੱਗੇ ਜਾ ਕੇ ਸ਼ਾਇਦ ਸੁੱਖ ਮਿਲੇਗਾ। ਇਸ ਕਰਕੇ ਤਾਂ ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ ਮਨੁੱਖਤਾ ਨੂੰ ਸਮਝਾਇਆ। ਕਹਿੰਦੇ ਸੰਸਾਰ ਦੇ ਵਿੱਚ, ਕਹਿੰਦੇ ਜਿਹੜੇ ਲੋਕ ਸੁੱਖ ਮੰਗ ਰਹੇ ਨੇ, ਤੇ ਉਹ ਅੱਗੇ ਜਾ ਕੇ ਉਤਨੇ ਹੀ ਦੁਖੀ ਹੁੰਦੇ। ਯਾਦ ਰੱਖਣਾ, ਜਿਤਨਾ ਸੁੱਖ ਜੀਵਨ 'ਚ ਵਧੇਗਾ, ਸਹੂਲਤਾਂ ਵਧਣਗੀਆਂ, ਜੇ ਉਹ ਅੱਗੇ ਪਿੱਛੇ ਹੋ ਗਈਆਂ ਨਾ ਕਿਤੇ, ਉਤਨੇ ਜ਼ਿਆਦਾ ਦੁਖੀ ਹੋ ਜਾਣਾ। ਇਹੀ ਹੁੰਦਾ ਨਾ ਸਾਡੇ ਨਾਲ। ਕੋਈ ਚੀਜ਼ ਸਹੂਲਤ ਮਿਲ ਗਈ, ਉਹ ਚਲੀ ਜਾਏ, ਤੇ ਅਸੀਂ ਬੜੇ ਦੁਖੀ ਹੋ ਜਾਂਦੇ। ਪਰ ਜੇ ਨਾਮ ਧਨ ਸਾਡੇ ਜੀਵਨ ਵਿੱਚ ਹੈ, ਵਾਹਿਗੁਰੂ ਦਾ ਸ਼ਬਦ ਸਾਡੇ ਜੀਵਨ ਵਿੱਚ ਹੈ, ਸ਼ਬਦ ਦੀ ਕਸਵੱਟੀ ਲਾ ਕੇ ਦੇਖ ਲਈ ਕਿ ਸੰਸਾਰ ਦੇ ਜਿਨ੍ਹਾਂ ਕੋਲ ਬਹੁਤਾ ਧਨ ਹੈ, ਪਦਾਰਥ ਨੇ, ਬਹੁਤ ਸਾਰੇ ਮਿੱਤਰ ਨੇ, ਦੁਨੀਆ ਦੇ ਰਾਜ ਪਾਠ ਜਿਨ੍ਹਾਂ ਕੋਲ ਹੈ, ਉਹ ਵੀ ਸੁਖੀ ਨਹੀਂ ਹਨ। ਫਿਰ ਐਸਾ ਬੰਦਾ ਗੁਰਮਤਿ ਮਾਰਗ ਨੂੰ ਅਪਣਾ ਲੈਂਦਾ, ਫਿਰ ਆਪਣਾ ਆਪ ਗੁਰੂ ਅੱਗੇ ਅਰਪਣ ਕਰ ਦਿੰਦਾ ਹੈ। ਕਿਉਂਕਿ ਉਹਨੂੰ ਹੁਣ ਸਮਝ ਆ ਗਈ ਕਿ ਬਹੁਤਾ ਧਨ ਖੱਟਣ ਵਾਲਾ ਵੀ ਸੁਖੀ ਨਹੀਂ। ਸੁਖ ਨਾਹੀ ਬਹੁਤਾ ਧਨ ਖਾਟੈ, ਸੁਖ ਨਾਹੀ ਪੇਖੇ ਨਾਟੈ, ਸੁਖ ਨਾਹੀ ਵੋ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਆਖ ਰਹੇ ਨੇ ਕਿ ਜੀਵਨ ਦੇ ਦੋ ਰਸਤੇ ਹਨ। ਇੱਕ ਹੈ ਪ੍ਰਭੂ ਲਗਨ ਦਾ, ਦੂਜਾ ਹੈ ਮਾਇਆ ਦਾ। ਇੱਕ ਹੈ ਇੱਕ ਸੁਰਤਾ ਦਾ, ਇੱਕ ਸੁਰਤ ਹੋ ਜਾਣਾ ਆਪਣੇ ਆਪ। ਦੂਜਾ ਹੈ ਮਾਨਸਿਕ ਧਾਵਨਾ ਦਾ। ਧਾਵਨਾ ਦਾ ਅਰਥ ਹੁੰਦਾ ਦੌੜਨਾ, ਮਾਨਸਿਕ ਦੌੜ ਪਾ। ਬੈਠੇ ਹੁੰਦੇ ਅਸੀਂ ਪਾਠ ਦੇ ਵਿੱਚ, ਗੁਰਦੁਆਰੇ ਵਿੱਚ, ਇਹ ਦਿਮਾਗ ਉਸ ਵੇਲੇ ਵੀ ਮਾਇਆ ਵਿੱਚ ਦੌੜ ਰਿਹਾ ਹੁੰਦਾ, ਜੋ ਕਿ ਉਸ ਦੌੜ ਪਾਏ ਦਾ ਕੋਈ ਲਾਭ ਨਹੀਂ ਹੈ।
ਬੈਠਾ ਮੈਂ ਗੁਰਦੁਆਰੇ ਵਿੱਚ ਹਾਂ, ਪਾਠ ਕਰ ਰਿਹਾ, ਮੇਰਾ ਮਨ ਮਾਇਆ ਵਿੱਚ ਦੌੜ ਰਿਹਾ ਹੈ, ਮਾਇਆ ਦੇ ਮਹਿਲ ਬਣਾ ਰਿਹਾ ਹੈ, ਮਾਇਆ ਦੇ ਕਾਰੋਬਾਰ ਕਰ ਰਿਹਾ ਹੈ, ਅਨੇਕਾਂ ਸੋਚਾਂ ਵਿੱਚ ਪਿਆ ਹੋਇਆ ਹੈ। ਉਹਨਾਂ ਸੋਚਾਂ ਨਾਲ ਕੁਛ ਨਹੀਂ ਹੋਏਗਾ, ਪਰ ਸਾਰੀ ਦੁਨੀਆ ਪਈ ਹੋਈ ਹੈ। ਇਸ ਕਰਕੇ ਦੂਜਾ ਮਾਰਗ ਕਿਹੜਾ? ਮਾਨਸਿਕ ਧਾਵਨਾ ਦਾ, ਮਾਨਸਿਕ ਦੌੜ ਪੈਦਾ। ਸਰੀਰ ਤਾਂ ਬੈਠਾ ਇੱਕ ਥਾਂ 'ਤੇ, ਪਰ ਮਨ ਦੌੜ ਰਿਹਾ, ਮਨ ਹੋਰ ਹੋਰ ਸੋਚ ਰਿਹਾ, ਮਨ ਦੇ ਅੰਦਰ ਠੱਗੀਆਂ ਚੱਲ ਰਹੀਆਂ ਨੇ, ਚਲਾਕੀਆਂ ਚੱਲ ਰਹੀਆਂ ਨੇ, ਚੰਚਲਤਾ ਚੱਲ ਰਹੀ ਹੈ। ਇਸ ਕਰਕੇ ਇੱਕ ਮਾਰਗ ਹੈ ਟਿਕਣ ਦਾ, ਦੂਜਾ ਮਾਰਗ ਹੈ ਦੌੜ ਪੈਦਾ। ਰੱਬ ਨਾਲ ਜੁੜਾਂਗੇ, ਅੰਦਰੋਂ ਟਿਕ ਜਾਵਾਂਗੇ, ਸੁਰਤ ਟਿਕ ਜਾਏਗੀ। ਤੇ ਜੇ ਪਦਾਰਥਾਂ ਨਾਲ ਜੁੜਾਂਗੇ ਤੇ ਦੌੜ ਭੱਜ ਜਾਏਗੀ। ਉਹ ਦੌੜ ਭੱਜ ਦਾ ਮਾਰਗ ਹੈ ਸਾਡਾ। ਹੁਣ ਅਸੀਂ ਦੇਖਣਾ ਵੀ ਅਸੀਂ ਕਿਹੜੇ ਮਾਰਗ ਨੂੰ ਅਪਣਾਉਣਾ ਹੈ। ਗੁਰਬਾਣੀ ਨੇ ਇਹ ਨਹੀਂ ਕਿਹਾ ਵੀ ਤੂੰ ਸੰਸਾਰੀ ਪਦਾਰਥ ਇਕੱਠੇ ਨਾ ਕਰ, ਤੂੰ ਕਿਰਤ ਨਾ ਕਰ, ਤੂੰ ਕੰਮ ਕਾਜ ਨਾ ਕਰ, ਕਿਉਂਕਿ ਕੰਮ ਕਾਜ ਸਰੀਰ ਨਾਲ ਹੋਣੇ ਹਨ। ਕਿਰਤ ਸਰੀਰ ਨਾਲ ਹੋਣੀ ਹੈ, ਸਰੀਰ ਦਾ ਉਹਦੇ ਵਿੱਚ ਨਾਲ ਜੁੜਨਾ ਜ਼ਰੂਰੀ ਹੈ। ਸਰੀਰ ਦੇ ਨਾਲ ਕੀਤੀ ਹੋਈ ਕਿਰਤ ਜਿਹੜੀ ਉਹ ਸਰੀਰ ਨੂੰ ਸੁਖ ਦਿੰਦੀ, ਪਰ ਜਿਹੜਾ ਅਸੀਂ ਮਨ ਕਰਕੇ, ਆਤਮਾ ਕਰਕੇ ਨਾਮ ਜਪਦੇ ਹਾਂ, ਗੁਰੂ ਕੇ ਸ਼ਬਦ ਵਿਚਾਰ ਨੂੰ ਆਪਣੇ ਜੀਵਨ 'ਚ ਕਮਾਉਂਦੇ ਹਾਂ, ਤੇ ਸਾਨੂੰ ਅੰਦਰੋਂ ਸਕੂਨ ਮਿਲਦਾ ਹੈ, ਸੰਤੋਖ ਦੀ ਪ੍ਰਾਪਤੀ ਹੁੰਦੀ ਹੈ, ਸਹਿਜ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਇਸ ਪੌੜੀ ਦੇ ਅੰਦਰ ਜਿਹੜੀ ਅਰਮਤਾ ਦੀ ਭਗਤੀ ਹੈ ਉਹਦੇ ਵਿੱਚ ਇੱਕੋ ਇੱਕ ਗੱਲ ਸਮਝਾਈ ਹੈ, ਸਾਚੀ ਲਿਵੈ ਬਿਨ ਦੇਹ ਨਿਮਾਣੀ। ਆਖਣ ਲੱਗੇ ਸੱਚਾਈ ਨੂੰ ਪ੍ਰਮਾਣ ਕਰ ਭਾਈ। ਜਿਹੜੀ ਸੱਚਾਈ ਮੈਂ ਤੈਨੂੰ ਦਰਸਾ ਰਿਹਾ ਹਾਂ, ਪ੍ਰਗਟ ਕਰ ਰਿਹਾ ਹਾਂ, ਇਸ ਨੂੰ ਕਬੂਲ ਕਰ ਕਿ ਪ੍ਰਭੂ ਚਰਨਾਂ ਦੀ ਸੱਚੀ ਪ੍ਰੀਤ ਤੋਂ ਬਿਨਾਂ, ਜੇ ਪ੍ਰਭੂ ਚਰਨਾਂ ਨਾਲ ਤੇਰਾ ਸੱਚਾ ਪਿਆਰ ਨਹੀਂ, ਤੇ ਇਹ ਜਿਹੜੀ ਦੇਹੀ ਹੈ ਇਹ ਨਿਕਾਰੀ ਹੈ, ਨਿਕੰਮੀ, ਕਿਸੇ ਕੰਮ ਦੀ ਨਹੀਂ। ਜਿਵੇਂ ਖੋਟੇ ਸਿੱਕੇ ਨੂੰ ਕੋਈ ਨਹੀਂ ਪੁੱਛਦਾ ਨਾ, ਤੇ ਜੇ ਇਸ ਸਰੀਰ ਦੇ ਵਿੱਚ ਪਰਮਾਤਮਾ ਦੇ ਪ੍ਰਤੀ ਪ੍ਰੇਮ ਨਹੀਂ ਹੈ, ਲਗਨ ਨਹੀਂ ਹੈ, ਤਾਂ ਗੁਰਬਾਣੀ ਕਹਿੰਦੀ ਤੇਰੇ ਸਰੀਰ ਕਿਸੇ ਕੰਮ ਦਾ ਨਹੀਂ, ਇਹ ਨਿਕਾਰਾ ਹੈ, ਇਹ ਨਿਕੰਮਾ ਸਰੀਰ, ਕਿਸੇ ਕੰਮ ਦਾ ਨਹੀਂ। ਸਰੀਰ ਉਸ ਦਿਨ ਹੀ ਕੰਮ ਦਾ ਜਿਸ ਸਰੀਰ ਦੇ ਨਾਲ ਪਰਮਾਤਮਾ ਦੇ ਘਰ ਵੱਲ ਤੁਰੀਏ, ਜਿਸ ਲਈ ਇਹ ਪ੍ਰਾਪਤ ਹੋਇਆ। ਦੇਖੋ ਮਿਲਿਆ ਹੈ ਪਰਮਾਤਮਾ ਨੂੰ ਮਿਲਣ ਵਾਸਤੇ, ਪਹੀ ਪ੍ਰਾਪਤ ਮਾਨੁਖ ਦੇਹ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਿਲਿਆ ਮੈਨੂੰ ਰੱਬ ਨੂੰ ਮਿਲਣ ਨੂੰ, ਤੇ ਮੈਂ ਹੋਰ ਕੰਮ ਕਰਾਂ, ਤੇ ਨਿਕੰਮੇ ਕੰਮ ਕਰਾਂ, ਤੇ ਸਾਰੇ ਕਹਿਣਗੇ ਵੀ ਇਹ ਤੇ ਕਿਸੇ ਕੰਮ ਦੇ ਵਿੱਚ ਨਹੀਂ ਲਾਈ ਤੂੰ ਇਸ ਸਰੀਰ ਨੂੰ। ਜਿਹੜੀ ਵਸਤੂ, ਜਿਹੜਾ ਸਮਾਨ, ਜਿਹੜੀ ਚੀਜ਼ ਜਿਸ ਕੰਮ ਲਈ ਮਿਲੀ ਹੈ, ਕਿ ਉਸ ਦੇ ਨਾਲ ਉਹੀ ਕੰਮ ਕਰੀਏ। ਬਾਕੀ ਤਾਂ ਸੰਸਾਰ ਦੀ ਹਰ ਇੱਕ ਚੀਜ਼ ਨਾਲ ਅਸੀਂ ਉਹੀ ਕੁਝ ਕਰਦੇ ਹਾਂ ਜਿਸ ਕੰਮ ਲਈ ਉਹ ਬਣੀ, ਉਹਦੇ ਨਾਲ ਦੂਜਾ ਕੰਮ ਨਹੀਂ ਕਰਦੇ। ਇਹ ਸਰੀਰ ਮਿਲਿਆ ਸੀ ਪਰਮਾਤਮਾ ਦੀ ਪ੍ਰਾਪਤੀ ਵਾਸਤੇ, ਰੱਬ ਨੂੰ ਮਿਲਣ ਵਾਸਤੇ, ਪਰ ਇਹ ਰੱਬ ਦੇ ਮਿਲਾਪ ਦੇ ਵਿੱਚ ਨਾ ਲਾ ਕੇ ਨਾ ਬੰਦੇ ਨੇ ਸੰਸਾਰ ਦੇ ਉਹ ਨਿਕੰਮੇ ਕੰਮਾਂ ਵਿੱਚ ਲਾ ਲਿਆ। ਬਾਬਾ ਫਰੀਦ ਨੂੰ ਤਾਂ ਇੱਥੇ ਤੱਕ ਕਹਿਣਾ ਪਿਆ, ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ। ਜਿਨ੍ਹਾਂ ਕੰਮਾਂ ਤੋਂ ਭਾਈ ਕੋਈ ਲਾਭ ਨਹੀਂ, ਉਹਨਾਂ ਨੂੰ ਛੱਡ ਦੇ। ਜਿਨ੍ਹਾਂ ਕੰਮਾਂ ਤੋਂ ਤੈਨੂੰ ਕੋਈ ਲਾਭ ਪ੍ਰਾਪਤ ਨਹੀਂ ਹੋ ਰਿਹਾ, ਉਹਨਾਂ ਨੂੰ ਛੱਡ ਦੇ। ਤੇ ਅੱਗੋਂ ਮਨ ਪੁੱਛਦਾ ਕਿਉਂ? ਕਹਿੰਦੇ ਮਤ ਸਰਬਿੰਦਾ ਥੀ ਮਈ ਸਾਈਂ ਦੇ ਦਰਬਾਰ। ਤੂੰ ਸਾਈਂ ਦੇ ਦਰਬਾਰ ਵਿੱਚ ਸਰਬਿੰਦਗੀ ਉਠਾਏਂਗਾ, ਉੱਥੇ ਸ਼ਰਮਸਾਰ ਹੋਏਗਾ, ਤੇਰਾ ਸਿਰ ਝੁਕਿਆ ਹੋਏਗਾ। ਦੇਖੋ ਨਾ, ਅਸੀਂ ਕੋਈ ਗਲਤੀ ਕਰਕੇ ਕਰ ਆਈਏ ਤੇ ਸਾਡਾ ਸਿਰ ਉੱਪਰ ਨਹੀਂ ਜਾਂਦਾ, ਅਸੀਂ ਥੱਲੇ ਧੌਣ ਸਿੱਟ ਕੇ ਪੈ ਜਾਂਦੇ, ਕਿਉਂਕਿ ਸਾਡੇ ਕੋਲੋਂ ਗਲਤੀ ਹੋਈ। ਤੇ ਪਰਮਾਤਮਾ ਦੀ ਦਰਗਾਹ ਵਿੱਚ ਜਾਏਗਾ। ਬਾਬਾ ਫਰੀਦ ਜੀ ਕਹਿੰਦੇ ਜਦੋਂ ਤੂੰ ਗਲਤੀਆਂ ਕਰਕੇ ਜਾਏਗਾ ਤਾਂ ਮਾਲਕ ਦੀ ਦਰਗਾਹ ਵਿੱਚ ਕਿਹੜਾ ਮੁਖ ਲੈ ਕੇ ਜਾਏਗਾ? ਜਿਵੇਂ ਕਬੀਰ ਸਾਹਿਬ ਨੇ ਆਖਿਆ, ਕਿਆ ਮੁਖ ਲੈ ਕੇ ਜਾਏਗਾ ਧਰਮ ਰਾਏ ਜਬ ਲੇਖਾ ਮੰਗ। ਉੱਥੇ ਲੇਖਾ ਮੰਗਿਆ ਜਾਣਾ, ਕੀ ਮੁਖ ਲੈ ਕੇ ਜਾਏਗਾ? ਕਿਹੜੇ ਮੁਖ ਨਾਲ ਜਾਏਗਾ ਪਰਮਾਤਮਾ ਵਾਹਿਗੁਰੂ ਜੀ ਦੀ ਦਰਗਾਹ ਵਿੱਚ? ਇਸ ਕਰਕੇ ਸਤਿਗੁਰ ਕਹਿੰਦੇ ਨੇ ਇਹ ਜਿਹੜੀ ਦੇਹੀ ਹੈ, ਪਰਮਾਤਮਾ ਨਾਲ ਜੇ ਤੇਰੀ ਲਿਵ ਨਹੀਂ ਜੁੜੀ ਤੇ ਇਹ ਨਕਾਰੀ ਹੈ, ਨਿਕੰਮੀ ਹੈ। ਇਸ ਗੱਲ ਨੂੰ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਹੋਰ ਥਾਂ 'ਤੇ ਵੀ ਸਪਸ਼ਟ ਕੀਤਾ। ਸਾਡਾ ਸਰੀਰ, ਹੱਥ ਪੈਰ, ਸਿਰ, ਅੱਖ, ਕੰਨ, ਰਸਨਾ ਉਹੀ ਸਫਲ ਹੈ
ਜੋ ਪ੍ਰਭੂ ਪਿਆਰ ਵਿੱਚ ਰੱਬੀ ਕੰਮ ਕਰੇ ਜਾਂ ਨਾਮ ਜਪੇ। ਯਾਦ ਰੱਖਣਾ, ਜੇ ਸਰੀਰ ਦੇ ਇਹ ਅੰਗ ਇਹ ਕੰਮ ਨਹੀਂ ਕਰ ਰਹੇ ਨਾ ਤਾਂ ਮਾਰੇ ਕਹਿੰਦਾ ਤੇਰਾ ਸਰੀਰ ਕਿਸੇ ਕੰਮ ਦਾ ਨਹੀਂ। ਰਸਨਾ ਨਾ ਜਪੈ ਨਾਮ ਤਿਲ ਤਿਲ ਕਰ ਕੱਟੀਐ। ਪਰ ਜਿਹੜੀ ਰਸਨਾ ਨਾਮ ਜਪਦੀ ਹੈ, ਮਾਰੇ ਕਹਿੰਦੇ ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਜੋ ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਉਹ ਰਸਨਾ ਧਨਤਾ ਦੇ ਯੋਗ ਹੈ, ਜਿਹੜੇ ਪਰਮਾਤਮਾ ਦੇ ਗੁਣ ਗਾ ਰਹੀ ਹੈ। ਉਹ ਪੈਰ ਸਫਲੇ ਨੇ ਜਿਹੜੇ ਗੁਰੂ ਘਰ ਵੱਲ ਆ ਰਹੇ ਨੇ, ਜਿਹੜੇ ਪੈਰ ਦੂਜੇ ਪਾਸੇ ਜਾਂਦੇ ਨੇ, ਮਾਰੇ ਕਹਿੰਦੇ ਤੇਰੇ ਪੈਰ ਵੀ ਸਫਲੇ ਕੋਈ ਨਹੀਂ। ਇਸ ਕਰਕੇ ਇਸ ਹਕੀਕਤ ਨੂੰ ਗੁਰੂ ਸਾਹਿਬ ਨੇ ਇਸ ਪੌੜੀ ਵਿੱਚ ਬਿਆਨ ਕੀਤਾ, ਜੋ ਪ੍ਰਭੂ ਪਿਆਰ ਵਿੱਚ ਰੱਬੀ ਕੰਮ ਵਿੱਚ ਜਾਂ ਨਾਮ ਵਿੱਚ ਲੱਗੇ, ਉਹ ਹੱਥ ਪੈਰ ਸਰੀਰ ਦੇ ਇਹ ਗਿਆਨ ਇੰਦਰੇ ਤੇ ਕਰਮ ਇੰਦਰੇ ਸਫਲੇ ਹਨ। ਜੇ ਯਾਦ ਰੱਖਣਾ, ਇਹ ਸਰੀਰ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਿਆ ਤੇ ਇਹ ਸਰੀਰ ਕਿਸੇ ਕੰਮ ਦਾ ਨਹੀਂ। ਇੱਕ ਬੜੀ ਪਿਆਰੀ ਉਦਾਹਰਨ ਸਤਿਗੁਰੂ ਨੇ ਦਿੱਤੀ, ਇੱਕ ਹਕੀਕਤ ਨੂੰ ਸਾਡੇ ਸਾਹਮਣੇ ਰੱਖਿਆ। ਦੁੱਧ ਬਿਨ ਧੇਨ ਪੰਖ ਬਿਨ ਪੰਖੀ। ਜਿਵੇਂ ਦੁੱਧ ਬਿਨ ਧੇਨ ਦਾ ਅਰਥ ਹੁੰਦਾ ਗਊ। ਜੇ ਗਊ ਦੁੱਧ ਤੋਂ ਸਕਣੀ ਹੈ ਤੇ ਉਹਨੂੰ ਫੰਡਰ ਜਾਣ ਕੇ ਛੱਡ ਦਿੱਤਾ ਜਾਂਦਾ, ਕਿਉਂਕਿ ਕਿਸੇ ਕੰਮ ਦੇ ਨਹੀਂ। ਹੁਣ ਕੌਣ ਪੱਠੇ ਪਾਏਗਾ? ਜਦੋਂ ਤੱਕ ਦੁੱਧ ਦਿੰਦੀ ਸੀ ਠੀਕ ਸੀ, ਹੁਣ ਦੁੱਧ ਨਹੀਂ ਦਿੰਦੀ ਤੇ ਕਿਸੇ ਕੰਮ ਦੀ ਨਹੀਂ। ਦੁੱਧ ਬਿਨ ਧੇਨ ਪੰਖ ਬਿਨ ਪੰਖੀ। ਜਿਵੇਂ ਕੋਈ ਪੰਛੀ ਹੋਵੇ ਤੇ ਖੰਭ ਨਹੀਂ, ਤੇ ਖੰਭ ਤੋਂ ਬਿਨਾਂ ਪੰਛੀ ਕਿਸੇ ਕੰਮ ਦਾ ਨਹੀਂ, ਉਡਾਰੀ ਨਹੀਂ ਮਾਰ ਸਕਦਾ, ਉਸਦਾ ਜੀਣਾ ਕਿਸੇ ਅਰਥ ਨਹੀਂ ਨਾ। ਜਲ ਬਿਨ ਉਤ ਕੁਝ ਕਾਮ ਨਾਹੀ। ਜਲ ਦਾ ਅਰਥ ਪਾਣੀ ਤੋਂ ਬਿਨਾਂ, ਜਿਵੇਂ ਬਨਸਪਤੀ ਜਿਹੜੀ ਕਿਸੇ ਕੰਮ ਦੀ ਨਹੀਂ ਹੁੰਦੀ। ਜਿਵੇਂ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ, ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ। ਜਦੋਂ ਆਪਾਂ 12 ਮਾਹ ਦਾ ਪਾਠ ਪੜ੍ਹਦੇ ਹਾਂ ਨਾ, ਮਾਝ ਰਾਗ ਦਾ, ਇਹ ਪਹਿਲਾ ਹੀ ਗੁਰੂ ਸਾਹਿਬ ਦਾ ਸਬਕ ਵੀ ਜਲ ਤੋਂ ਬਿਨਾਂ ਜਿਹੜੀ ਖੇਤੀਬਾੜੀ ਹੈ ਨਾ ਉਹ ਕੁਮਲਾ ਜਾਂਦੀ ਹੈ, ਉਹਦੇ ਵਿੱਚੋਂ ਪੈਸਾ ਕੋਈ ਨਹੀਂ ਮਿਲਦਾ। ਖੇਤੀਬਾੜੀ ਹਰੀ ਭਰੀ ਹੋਏਗੀ, ਚੰਗਾ ਦਾਣਾ ਪਏਗਾ, ਚੰਗੀ ਤਰ੍ਹਾਂ ਪੱਕੇਗੀ ਤਾਂ ਉਹ ਕਿਤੇ ਜਾ ਕੇ ਮੰਡੀ ਵਿੱਚ ਤੁਹਾਨੂੰ 2 ਪੈਸੇ ਦੇ ਸਕਦੀ ਹੈ। ਪਰ ਜੇ ਖੇਤ ਵਿੱਚ ਖੜੀ ਹੋਈ ਫਸਲ ਹੀ ਸੁੱਕ ਗਈ, ਅਜੇ ਪੱਕੀ ਨਹੀਂ, ਤੇ ਪਾਣੀ ਤੋਂ ਬਿਨਾਂ ਫਸਲ ਸੁੱਕ ਜਾਂਦੀ ਹੈ ਤੇ ਉਹ ਕਿਸੇ ਕੰਮ ਦੀ ਨਹੀਂ। ਇਸ ਤਰ੍ਹਾਂ ਗੁਰੂ ਸਾਹਿਬ ਨੇ ਉਦਾਹਰਨ ਦਿੱਤੀ, ਇਹ ਸਰੀਰ ਵੀ ਭਾਈ ਤੇਰਾ ਕਿਸੇ ਕੰਮ ਦਾ ਨਹੀਂ। ਕਿਆ ਸੁਲਤਾਨ ਸਲਾਮ ਵੀ ਹੋਣਾ ਅੰਧੀ ਕੋਠੀ ਤੇਰਾ ਨਾਮ ਨਾ। ਜਿਵੇਂ ਕੋਈ ਬਾਦਸ਼ਾਹ ਹੋਵੇ ਤਾਂ ਉਹਨੂੰ ਕੋਈ ਸਲਾਮ ਹੀ ਨਾ ਕਰਦਾ ਹੋਵੇ, ਤੇ ਉਹ ਬਾਦਸ਼ਾਹ ਕਿਸ ਕੰਮ ਦਾ? ਅਖਵਾਉਂਦਾ ਸੁਲਤਾਨ, ਅਖਵਾਉਂਦਾ ਬਾਦਸ਼ਾਹ, ਪਰ ਕੋਈ ਨਮਸਕਾਰ ਕਰਨ ਵਾਲਾ ਨਹੀਂ। ਤੇ ਆਖਣ ਲੱਗੇ ਅੰਧੀ ਕੋਠੀ ਤੇਰਾ ਨਾਮ ਨਹੀਂ। ਇਹ ਸਰੀਰ ਰੂਪੀ ਕੋਠੀ ਅੰਨੀ ਹੈ, ਜੇ ਪਰਮਾਤਮਾ ਦਾ ਨਾਮ ਨਹੀਂ, ਇਹ ਵੀ ਕਿਸੇ ਕੰਮ ਦੀ ਨਹੀਂ। ਜੇ ਸਰੀਰ 'ਚ ਨਾਮ ਹੀ ਨਹੀਂ ਨਾ, ਅਕਾਲ ਪੁਰਖ ਦੀ ਸਿਫਤ ਸਲਾਹ ਨਹੀਂ, ਇਹ ਸਰੀਰ ਵੀ ਕਿਸੇ ਕੰਮ ਦਾ ਨਹੀਂ। ਅਸੀਂ ਭਾਵੇਂ ਆਖੀ ਜਾਈਏ ਵੀ ਅਸੀਂ ਬੜਾ ਕੁਝ ਇਕੱਠਾ ਕਰ ਲਿਆ, ਪਰ ਗੁਰੂ ਸਾਹਿਬ ਕਹਿੰਦੇ ਤੂੰ ਕੱਖ ਵੀ ਪ੍ਰਾਪਤ ਜੀਵਨ ਵਿੱਚ ਨਹੀਂ ਕੀਤਾ, ਕਿਉਂਕਿ ਜੋ ਇਕੱਠਾ ਕੀਤਾ ਹੁੰਦਾ ਉਹ ਨਾਲ ਨਹੀਂ ਨਿਭਦਾ, ਤੇ ਜਿਹੜਾ ਨਾਲ ਨਿਭਦਾ ਉਹ ਪੱਲੇ ਨਹੀਂ ਹੁੰਦਾ। ਉਸਨੂੰ ਤੇ ਮਹਾਰਾਜ ਨੇ ਆਖਿਆ ਵੀ ਜੋ ਕਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੀ। ਜਿਹੜਾ ਕਰ ਤੂੰ ਛੱਡ ਜਾਣਾ ਉਸਦੇ ਵਿੱਚ ਤੂੰ ਲੱਗਿਆ ਹੋਇਆ। ਜਿਸ ਘਰ ਮੈਂ ਤੂੰ ਰਹਿਣਾ ਵਸਣਾ ਸੋ ਕਰ ਚੀਤ ਨਾ ਆਇਓ। ਜਿਸ ਘਰ ਤੂੰ ਰਹਿਣਾ ਹੈ ਵਸਣਾ ਹੈ, ਤੇਰੀ ਵਸਲ ਹੋਣੀ ਹੈ, ਉਹ ਤੈਨੂੰ ਚੇਤੇ ਵੀ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਜਿਵੇਂ ਦੁੱਧ ਤੋਂ ਬਿਨਾਂ ਗਊ ਕਿਸੇ ਕੰਮ ਦੀ ਨਹੀਂ, ਪੰਖ ਤੋਂ ਬਿਨਾਂ ਪੰਛੀ ਕਿਸੇ ਕੰਮ ਦਾ ਨਹੀਂ, ਜਲ ਤੋਂ ਬਿਨਾਂ ਉਤਪੁਜ ਬਨਸਪਤੀ ਕਿਸੇ ਕੰਮ ਦੀ ਨਹੀਂ, ਤੇ ਸਲਾਮ ਤੋਂ ਬਿਨਾਂ ਸੁਲਤਾਨ ਕਿਸੇ ਕੰਮ ਦਾ ਨਹੀਂ। ਤੇ ਇਸ ਤਰ੍ਹਾਂ ਹੀ ਇਹ ਦੇਹੀ ਜਿਹੜੀ ਹੈ ਨਾ, ਨਾਮ ਤੋਂ ਬਿਨਾਂ ਕਿਸੇ ਕੰਮ ਦੀ ਨਹੀਂ। ਜੇ ਪਰਮਾਤਮਾ ਦੀ ਲਿਵ ਇਸ ਸਰੀਰ ਰਾਹੀਂ ਨਾ ਲੱਗੀ ਨਾ, ਤੇ ਇਹ ਸਰੀਰ ਕਿਸੇ ਕੰਮ ਦਾ ਨਹੀਂ, ਕਿਉਂਕਿ ਇਹ ਮਿਲਿਆ ਹੀ ਪਰਮਾਤਮਾ ਨਾਲ ਲਿਵ ਜੋੜਨ ਵਾਸਤੇ। ਇਹ ਤਾਂ ਉਹ ਆਖਰਲੀ ਪੌੜੀ ਹੈ। ਇਸ ਪੌੜੀ 'ਤੇ ਚੜ੍ਹ ਕੇ ਅਸੀਂ ਰੱਬ ਦੇ ਘਰ ਐਂਟਰੀ ਕਰਨੀ ਕਰ ਹੀ ਨਹੀਂ ਪਾਏ, ਫਿਰ ਤਾਂ ਕੋਈ ਲਾਭ ਨਹੀਂ ਹੋਇਆ ਨਾ। ਇਸ ਕਰਕੇ ਸਾਧੂ ਕਹਿੰਦੇ ਨੇ, ਜਿਨ ਹਰ ਹਿਰਦੈ ਨਾਮ ਨ ਵਸਿਓ ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁਣੀ ਦੇਹ ਫਿਰੈ ਬਿਨ ਨਾਮੈ ਕੋਈ ਖਬ ਖਬ ਮੂਏ ਕਰਾਂ। ਉਹਨਾਂ ਦੀ ਜਿਹੜੀ ਸੁਣੀ ਦੇਹ ਹੈ ਨਾ, ਨਾਮ ਤੋਂ ਸਖਣੀ ਦੇਹੀ ਹੈ। ਤੇ ਮਹਾਰਾਜ ਕਹਿੰਦੇ ਨੇ ਉਹ ਸੰਸਾਰ ਦੇ ਵਿੱਚ ਆਪ ਵੀ ਖੁਆਰ ਹੁੰਦੀ ਹੈ, ਦੂਜਿਆਂ ਨੂੰ ਵੀ ਖੁਆਰ ਕਰਦੀ ਹੈ। ਇਸ ਕਰਕੇ ਯਾਦ ਰੱਖਿਓ, ਸਾਡਾ ਜੀਵਨ ਤਾਂ ਸਫਲ ਹੈ
ਸਾਡੇ ਗਿਆਨ ਇੰਦਰੇ ਕਰਮ ਇੰਦਰੇ ਤਾਂ ਸਫਲੇ ਨੇ ਜੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਜੁੜਦੇ। ਇਹ ਸਰੀਰ ਤਾਂ ਸਫਲਾ ਜੇ ਪਰਮਾਤਮਾ ਨਾਲ ਲਿਵ ਜੁੜ ਗਈ ਹੈ, ਨਹੀਂ ਤਾਂ ਸਾਡਾ ਜੀਵਨ ਸਫਲਾ ਨਹੀਂ। ਚਰਨ ਤਾ ਪਰ ਸਖਿਅਤ ਚਰਨ ਗੁਰ ਅਮਰ ਪਵਲ ਰਹਿ। ਮਰ ਕਹਿੰਦੇ ਤੇਰੇ ਚਰਨ ਸਖਿਅਤ ਨੇ, ਪੈਰ ਸਖਿਅਤ ਨੇ, ਜੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਨਤਮਸਤਕ ਤੈਨੂੰ ਲੈ ਕੇ ਆਉਂਦੇ ਨੇ। ਗੁਰੂ ਚਰਨਾਂ ਵਿੱਚ ਆ ਕੇ ਤੂੰ ਪੈਣਾ ਜਿਹਨਾਂ ਚਰਨਾਂ ਨਾਲ, ਤਾਂ ਇਹ ਚਰਨ ਸਖਿਅਤ ਨੇ, ਸਫਲੇ ਨੇ, ਜਦੋਂ ਤੂੰ ਇਹਨਾਂ ਚਰਨਾਂ ਨਾਲ ਗੁਰੂ ਦੇ ਚਰਨਾਂ 'ਚ ਆਉਣਾ। ਹੱਥ ਤਾ ਪਰ ਸਖਿਅਤ ਹੱਥ ਲੱਗੈ ਗੁਰ ਅਮਰ ਪੈ। ਤੇਰੇ ਹੱਥ ਤਾਂ ਸਫਲੇ ਨੇ ਜੇ ਗੁਰੂ ਚਰਨਾਂ 'ਚ ਆ ਕੇ ਰੋਜ਼ ਲੱਗਦੇ ਨੇ, ਨਹੀਂ ਤਾਂ ਕੋਈ ਸਫਲੇ ਨਹੀਂ ਤੇਰੇ ਹੱਥ। ਤੇਰੇ ਚਰਨ ਵੀ ਕੋਈ ਸਫਲੇ ਨਹੀਂ ਜੇ ਠੇਕੇ ਵੱਲ ਲੈ ਜਾਂਦੇ ਨੇ ਤੈਨੂੰ। ਤੇਰੇ ਇਹ ਹੱਥ ਵੀ ਸਫਲੇ ਨੇ ਜੇ ਦੂਜੇ ਦਾ ਹੱਕ ਖਾਂਦੇ ਨੇ, ਮਾੜਾ ਕਰਦੇ ਨੇ, ਤਾਂ ਇਹ ਸਫਲੇ ਕੋਈ ਨਹੀਂ। ਗੁਰੂ ਸਾਹਿਬ ਨੇ ਸਾਰੀ ਵਿਚਾਰ ਸਾਨੂੰ ਇਸ ਕਰਕੇ ਸਮਝਾਈ ਹੈ। ਇਸ ਸਰੀਰ ਦੀ ਮਹਾਨਤਾ ਹੀ ਤਾਂ ਹੈ ਜੇ ਪਰਮਾਤਮਾ ਨਾਲ ਪ੍ਰੇਮ ਪੈਦਾ ਹੋ ਜਾਏ। ਨਹੀਂ ਤਾਂ ਸਾਧੂ ਕਹਿੰਦੇ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਮਹਾਰਾਜ ਨੇ ਜੇ ਵਾਹਿਗੁਰੂ ਨਾਲ ਪਿਆਰ ਨਹੀਂ ਨਾ, ਤੇ ਭਾਵੇਂ ਅਤ ਦਾ ਸੁੰਦਰ ਹੋਵੇ, ਉੱਚੀ ਕੁਲ ਵਿੱਚ ਤੇਰਾ ਜਨਮ ਹੋਇਆ ਹੋਵੇ, ਆਖਣਗੇ ਬੜਾ ਚਤੁਰ ਹੋਵੇਂ, ਮੁਖ ਗਿਆਨੀ ਮੁਖ ਤੋਂ ਬੜਾ ਗਿਆਨ ਦੀਆਂ ਗੱਲਾਂ ਕਰੇ, ਧਨਵੰਤ ਬੜਾ ਧਨਵਾਨ ਹੋਵੇਂ, ਸਾਧੂ ਕਹਿੰਦੇ ਮੇਰੇ ਵਾਸਤੇ ਤੂੰ ਮਰਿਆ ਹੋਇਆ, ਆਤਮਿਕ ਮੋਤੇ ਮਰਿਆ ਹੋਇਆ, ਕਿਉਂਕਿ ਜੇ ਪਰਮਾਤਮਾ ਨਾਲ ਤੇਰੀ ਪ੍ਰੀਤ ਨਹੀਂ। ਇਸ ਕਰਕੇ ਹੀ ਤੇ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਨੇ, ਕਹਿੰਦੇ ਜੋਬਨ ਜਾਂਦੇ ਨਾ ਡਰਾਂ ਜੈਸੈ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁਖ ਗਏ ਕੁਮਲਾਏ। ਇੱਕ ਨਹੀਂ ਪਤਾ ਨਹੀਂ ਕਿਤਨੇ ਕੁਮਲਾ ਕੇ ਪ੍ਰੀਤ ਤੋਂ ਬਿਨਾਂ। ਇਸ ਸਰੀਰ ਦਾ ਮਕਸਦ ਹੀ ਇਹ ਹੈ ਮਨੁੱਖਾ ਜੀਵਨ ਦਾ ਕਿ ਇਸ ਦੇ ਰਾਹੀਂ ਰੱਬੀ ਪ੍ਰੀਤ, ਰੱਬੀ ਪ੍ਰੇਮ, ਸੱਚੀ ਲਗਨ ਜਿਹੜੀ ਅੰਦਰ ਪੈਦਾ ਹੋ ਸਕਦੀ ਹੈ ਪਰਮਾਤਮਾ। ਹੋਰ ਕੋਈ ਜੀਵਨ ਨਹੀਂ ਮਿਲਿਆ ਸਾਨੂੰ। ਇਸ ਕਰਕੇ ਯਾਦ ਰੱਖਣਾ, ਕਾਮ ਕ੍ਰੋਧ ਲੋਭ ਆਦਿ ਪੰਜਾਂ ਦੇ ਵਸ ਵਿੱਚ ਪੈ ਕੇ ਨਾ ਜੀਵਨ ਕਿਤਨਾ ਨਿਮਾਣਾ ਤੇ ਬੇਆਸਰਾ ਹੋ ਜਾਂਦਾ ਹੈ। ਇਹ ਵੀ ਗੁਰਬਾਣੀ ਨੇ ਸਾਨੂੰ ਦੱਸਿਆ। ਜੇ ਲਿਵ ਨਹੀਂ ਲੱਗੀ ਨਾ, ਪਿਆਰ ਨਹੀਂ ਪਿਆ, ਤੇ ਇਹ ਵਾਸਨਾਵਾਂ ਵਿੱਚ ਪੈ ਗਿਆ, ਇਹ ਕਿਤਨੀ ਕੁ ਨਿਭਾਣੀ ਦੇਹੀ ਹੋਏਗੀ। ਮਹਾਰਾਜ ਨੇ ਕਿਤੇ ਵਿਚਾਰ ਕਰਕੇ ਵੇਖ, ਅਵਰ ਪੰਚ ਹਮ ਏਕ ਜਨਾ, ਕਿਉ ਰਾਖੈ ਕਰ ਬਾਰ ਮਨਾ, ਮਾਰੈ ਲੁੱਟੈ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਦੇਣਾ। ਕਿਹਦੇ ਅੱਗੇ ਜਾ ਕੇ ਪੁਕਾਰ ਕਰੇਗਾ? ਇਤਨੀ ਨਿਮਾਣੀ ਹੋ ਗਈ ਤੇਰੀ ਦੇਹੀ ਕਿ ਕਿਸੇ ਅੱਗੇ ਪੁਕਾਰ ਕਰਨ ਜੋਗਾ ਵੀ ਨਹੀਂ। ਇਸ ਕਰਕੇ ਗੁਰੂ ਪਿਤਾ ਜੀ ਨੇ, ਜੇ ਅਸੀਂ ਪਰਮਾਤਮਾ ਨਾਲ ਲਿਵ ਨਹੀਂ ਜੋੜੀ ਨਾ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਇਹ ਦੇਹੀ ਨਿਮਾਣੀ ਹੈ, ਨਿਕੰਮੀ ਹੈ, ਕਿਸੇ ਕੰਮ ਦੀ ਨਹੀਂ, ਨਹੀਂ ਆਸਰੀ ਹੈ, ਕੋਈ ਆਸਰਾ ਨਹੀਂ ਇਹਨੂੰ। ਔਰ ਜੀਵਨ 'ਚ ਇਹ ਗੱਲ ਯਾਦ ਰੱਖਣਾ, ਗੁਰੂ ਸਾਹਿਬ ਜੀ ਨੇ ਪਰਮਾਤਮਾ ਦੀ ਲਿਵ ਤੋਂ ਬਿਨਾਂ ਅਸੀਂ ਜੋ ਖਾ ਰਹੇ ਹਾਂ, ਪੀ ਰਹੇ ਹਾਂ, ਇਹ ਸਭ ਨੇਫਲ ਦੱਸਿਆ, ਨਿਸਫਲ ਦੱਸਿਆ। ਤਰਗ ਤਰਗ ਖਾਇਆ, ਤਰਗ ਤਰਗ ਸੋਇਆ, ਤਰਗ ਤਰਗ ਕਾਪੜ ਅੰਕ ਚੜਾਇਆ, ਤਰਗ ਸਰੀਰ ਕੁਟੰਬ ਸਹਿਤ ਸਿਉ, ਜਿਨ ਹੁਤ ਖਸਮ ਨਾ ਪਾਇਆ। ਮਰਕ ਨੇ ਇਹ ਸਰੀਰ ਤਰਕਾਰ ਦੇ ਯੋਗ ਹੈ ਜੇ ਹੁਣ ਵੀ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਤੇਰਾ ਖਾਣਾ, ਤੇਰਾ ਸੋਨਾ, ਤੇਰੇ ਕੱਪੜ ਪਾਣੇ ਕਿਸੇ ਲੇਖੇ ਨਹੀਂ। ਬੜੇ ਸਖਤ ਬੋਲਨੇ ਸਾਹਿਬਾਨ। ਅਸੀਂ ਵੰਨ ਸਵੰਨੇ ਕੱਪੜੇ ਪਾਉਂਦੇ ਹਾਂ, ਵੰਨ ਸਵੰਨੇ ਖਾਣੇ ਖਾਂਦੇ ਹਾਂ, ਆਪਣੀ ਮਰਜ਼ੀ ਨਾਲ ਜਦੋਂ ਦਿਲ ਕਰਦਾ ਸੌਂਦੇ ਹਾਂ, ਜਦ ਦਿਲ ਕਰਦਾ ਉੱਠਦੇ ਹਾਂ। ਮਰ ਕਹਿੰਦੇ ਤੇਰਾ ਖਾਣਾ, ਤੇਰਾ ਸੋਨਾ, ਤੇਰੇ ਕੱਪੜੇ ਪਾਣੇ, ਇਹ ਕਿਸੇ ਅਰਥ ਨਹੀਂ। ਤਰਕਾਰ ਦੇ ਯੋਗ ਨੇ। ਤਰਗ ਸਰੀਰ ਕੁਟੰਬ ਸਹਿਤ ਸਿਉ, ਇਹ ਸਰੀਰ ਸਾਰੇ ਕੁਟੰਬ ਨਾਲ ਦਰਕਾਰ ਦੇ ਯੋਗ ਹੈ। ਸਾਡਾ ਕੁਟੰਬ ਕੌਣ ਹੈ? ਕੁਟੰਬ ਉਹ ਨਹੀਂ ਜਿਹਦੇ ਵਿੱਚ ਸਾਡਾ ਜਨਮ ਹੋਇਆ ਹੈ, ਮਾਂ ਪਿਤਾ ਭੈਣ ਭਰਾ ਨਹੀਂ। ਕੁਟੰਬ ਸਾਡੇ ਸਰੀਰ ਦਾ ਕੌਣ ਹੈ? ਸਾਡੇ ਗਿਆਨ ਇੰਦਰੇ ਤੇ ਕਰਮ ਇੰਦਰੇ, ਸਾਡਾ ਇਹ ਪਰਿਵਾਰ। ਉਹ ਪਰਿਵਾਰ ਬਾਦ ਦੇ ਵਿੱਚ ਸਾਨੂੰ ਉਸ ਪਰਿਵਾਰ ਦੀ ਤਾਂ ਫਿਕਰ ਹੈ, ਪਰ ਆਪਣੇ ਪਰਿਵਾਰ ਦੀ ਕੋਈ ਫਿਕਰ ਨਹੀਂ। ਹੁਣ ਤਾਂ
ਜ਼ਮਾਨਾ ਇੱਦਾਂ ਦਾ ਹੋ ਗਿਆ, ਬਹੁਤਿਆਂ ਨੂੰ ਤਾਂ ਉਸ ਪਰਿਵਾਰ ਦੀ ਵੀ ਫਿਕਰ ਨਹੀਂ, ਮਾਂ ਦੀ ਫਿਕਰ ਨਹੀਂ, ਪਿਓ ਦੀ ਫਿਕਰ ਨਹੀਂ, ਭੈਣ ਭਰਾਵਾਂ ਦੀ ਫਿਕਰ ਨਹੀਂ, ਸਮਾਜ ਦੀ ਫਿਕਰ ਨਹੀਂ, ਪਰ ਆਪਣੇ ਆਪ ਦੀ ਤਾਂ ਬਿਲਕੁਲ ਹੀ ਫਿਕਰ ਨਹੀਂ ਨਾ ਸਾਨੂੰ। ਉਸ ਵਿੱਚ ਤਾਂ ਕੋਈ ਮਿਲ ਜਾਏਗਾ 2-4 ਐਸੇ ਬੰਦੇ ਜਿਹੜੇ ਕੁਛ ਪਰਿਵਾਰ, ਮਾਤਾ ਪਿਤਾ, ਭੈਣ ਭਰਾ ਦੀ ਕੋਈ ਫਿਕਰ ਰੱਖਦਾ ਹੋਵੇ ਸੰਸਾਰ ਦੇ ਵਿੱਚ, ਪਰ ਆਪਣੇ ਆਪ ਦੀ ਫਿਕਰ ਨਹੀਂ। ਜਿਹਨੂੰ ਕਬੀਰ ਸਾਹਿਬ ਨੇ ਆਖਿਆ ਸੀ ਕਿ ਸਭ ਪਰਿਵਾਰ ਚੜਾਇਆ ਬੇੜੇ, ਉਹ ਪਰਿਵਾਰ ਕਿਹੜਾ ਸੀ? ਅੱਖਾਂ, ਕੰਨ, ਨੱਕ ਤੇ। ਕਿ ਹੁਣ ਮੈਂ ਅੱਖਾਂ ਵੀ ਗਲਤ ਪਾਸੋਂ ਹਟਾ ਲਈਆਂ, ਇਹ ਵੀ ਉਸ ਬੇੜੀ 'ਚ ਚਾੜ ਦਿੱਤਾ ਨਾਮ ਵਾਲੀ। ਹੁਣ ਮੇਰੇ ਕੰਨ ਵੀ ਹੁਣ ਗਲਤ ਨਹੀਂ ਸੁਣਦੇ, ਮੇਰੀ ਰਸਨਾ ਹੁਣ ਝੂਠ ਨਹੀਂ ਬੋਲਦੀ। ਇਸ ਪਰਿਵਾਰ ਨੂੰ ਉਸ ਬੇੜੇ 'ਤੇ ਮੈਂ ਚਾੜ ਦਿੱਤਾ ਹੈ, ਨਾਮ ਵਾਲੇ 'ਤੇ। ਗੁਰਸਿੱਖੀ ਵਾਲਾ ਜੀਵਨ ਮੈਂ ਅਪਣਾ ਲਿਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਤਰਗ ਸਰੀਰ ਕੁਟੁੰਬ ਸਹਿਤ ਸਿਉ, ਜਿਤ ਹੁਣ ਖਸਮ ਨਾ ਪਾਇਆ। ਇਤਨਾ ਕੁਝ ਦਿੱਤਾ ਸੀ ਇਹ ਕੁਟੁੰਬ ਵਿੱਚ। ਅੱਖਾਂ ਸਨ, ਦੇਖ ਸਕਦੀਆਂ ਸਨ, ਕੰਨ ਸਨ, ਸੁਣ ਕੇ ਨਿਰਣਾ ਕਰ ਸਕਦੇ ਸਨ, ਰਸਨਾ ਬੋਲ ਕੇ ਰੱਬ ਨੂੰ ਪੁਕਾਰ ਸਕਦੀ ਸੀ, ਯਾਦ ਕਰ ਸਕਦੀ ਸੀ, ਪੈਰ ਗੁਰੂ ਦੇ ਦਰ 'ਤੇ ਤੈਨੂੰ ਲਿਆ ਸਕਦੇ ਸਨ, ਹੱਥ ਸੇਵਾ ਕਰਕੇ ਸਫਲੇ ਹੋ ਸਕਦੇ ਸਨ। ਪਰ ਹੁਣ ਵੀ ਤੈਨੂੰ ਰੱਬ ਦੀ ਪ੍ਰਾਪਤੀ ਨਹੀਂ ਹੋਈ ਅਤੇ ਤਰਕਾਰ ਦੇ ਯੋਗ ਹੈ ਸਰੀਰ ਤੇ ਇਸ ਦਾ ਕੁਟੁੰਬ ਸਾਰਾ। ਪੌੜੀ ਛੁਟਕੀ ਫਿਰ ਹਾਥ ਨਾ ਆਵੇ। ਗੁਰੂ ਸਾਹਿਬ ਕਹਿੰਦੇ ਦੇਖ ਯਾਦ ਰੱਖੀ, ਜੇ ਹੁਣ ਇਹ ਪੌੜੀ ਤੇਰੇ ਹੱਥੋਂ ਛੁੱਟ ਗਈ ਨਾ, ਮਨੁੱਖਾ ਜੀਵਨ ਚਲਾ ਗਿਆ, ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ, ਤੇ ਅਹਿਲਾ ਜਨਮ ਗਵਾਇਆ, ਉਹ ਆਪਣੇ ਮਨੁੱਖਾ ਜਨਮ ਨੂੰ ਵਿਅਰਥ ਗਵਾ ਲਿਆ। ਔਰ ਯਾਦ ਰੱਖਣਾ, ਜਦੋਂ ਇਹ ਸਮਾਂ ਨਿਕਲ ਜਾਂਦਾ ਨਾ, ਲੰਘ ਜਾਂਦਾ, ਫਿਰ ਮੁੜ ਕੇ ਹੱਥ ਨਹੀਂ ਆਉਂਦਾ। ਪਛਤਾਵੇ ਤੋਂ ਬਿਨਾਂ ਕੱਖ ਨਹੀਂ ਸਾਡੇ ਕੋਲ ਹੁੰਦਾ। ਕਿਤੇ ਪਹਿਲਾਂ ਚੰਗਾ ਕੀਤਾ ਹੁੰਦਾ, ਸੰਗਤ ਵਿੱਚ ਆਉਂਦਾ, ਨਾਮ ਜਪਿਆ ਹੁੰਦਾ, ਗੁਰੂ ਕੀ ਗੱਲ ਮੰਨੀ ਹੁੰਦੀ। ਬੜੇ ਲੋਕ ਨੇ ਜਿਹੜੇ ਆ ਕੇ ਕਹਿੰਦੇ ਨੇ ਵੀ ਪੂਰੀ ਜ਼ਿੰਦਗੀ ਕੰਮ ਧੰਦੇ ਹੀ ਕਰਦੇ ਰਹੇ, ਅੱਜ ਬੱਚਿਆਂ ਨੇ ਘਰੋਂ ਕੱਢ ਦਿੱਤਾ। ਬੱਚੇ ਅੱਜ ਆਖਿਆ ਨਹੀਂ ਮੰਨਦੇ, ਕਿਉਂਕਿ ਕਦੀ ਬੱਚਿਆਂ ਨੂੰ ਸਮਾਂ ਹੀ ਨਹੀਂ ਦਿੱਤਾ, ਕਦੀ ਪ੍ਰੇਰਨਾ ਹੀ ਨਹੀਂ ਕੀਤੀ ਵੀ ਚਲੋ ਗੁਰਦੁਆਰੇ ਚਲੀਏ, ਨਾਮ ਜਪੀਏ, ਸੇਵਾ ਕਰੀਏ। ਕਈ ਵਾਰੀ ਸਾਡੀ ਜਿਹੜੀ ਦੌੜ ਭੱਜ ਹੈ ਨਾ, ਵੀ ਬੱਚਿਆਂ ਨੂੰ ਬਹੁਤਾ ਕਾਮਯਾਬ ਕਰ ਦਈਏ, ਦੁਨਿਆਵੀ ਤਾਲੀਮ ਤੇ ਦੇ ਦਿੱਤੀ, ਪਰ ਧਾਰਮਿਕ ਤਾਲੀਮ ਨਹੀਂ ਦਿੱਤੀ। ਸਮਾਜ ਵਿੱਚ ਉੱਠਣਾ ਬੈਠਣਾ, ਪਰਿਵਾਰ 'ਚ ਰਹਿਣਾ ਸਹਿਣਾ ਨਹੀਂ ਸਿਖਾਇਆ। ਅਤੇ ਫਿਰ ਬਾਅਦ ਦੇ ਵਿੱਚ ਪੂਰੀ ਜ਼ਿੰਦਗੀ ਦੀ ਕੀਤੀ ਹੋਈ ਉਹ ਕਮਾਈ, ਜਿਹੜਾ ਦੁਨਿਆਵੀ ਧਨ ਇਕੱਠਾ ਕੀਤਾ, ਅੰਤ ਪਤਾ ਲੱਗਿਆ ਵੀ ਇਹ ਤਾਂ ਸਾਡੇ ਕਿਸੇ ਕੰਮ ਆਇਆ ਹੀ ਨਹੀਂ। ਇਸ ਧਨ ਦੀ ਤਾਂ ਕੋਈ ਵੈਲਿਊ ਨਹੀਂ। ਬੱਚਿਆਂ ਨੇ ਕਹਿ ਹੀ ਦਿੱਤਾ, ਹੁਣ ਤੁਸੀਂ ਕੀਤਾ ਕੀ ਸਾਡੇ ਵਾਸਤੇ। ਜਦੋਂ ਇਹ ਗੱਲ ਬੱਚੇ ਕਹਿ ਰਹੇ ਨੇ, ਸਮਝ ਲਓ ਤੁਹਾਡੇ ਪੂਰੀ ਜ਼ਿੰਦਗੀ ਦੀ ਕਮਾਈ ਦੀ ਕੋਈ ਵੈਲਿਊ ਨਹੀਂ ਰਹਿ ਗਈ। ਜਿਸ ਦਿਨ ਬੱਚਾ ਖੜਾ ਹੋ ਕੇ ਆਖੇ ਤੁਸੀਂ ਸਾਡੇ ਵਾਸਤੇ ਕੀਤਾ ਕੀ ਹੈ, ਸਮਝ ਲਓ ਪੂਰੀ ਜ਼ਿੰਦਗੀ ਜੋ ਕੀਤਾ ਤੁਸੀਂ ਕੱਖ ਨਹੀਂ ਕੀਤਾ, ਕੋਈ ਵੈਲਿਊ ਨਹੀਂ ਹੈ ਉਸਦੇ ਜੀਵਨ ਦੇ ਅੰਦਰ। ਸਮਝ ਲਓ ਤੁਹਾਡਾ ਸਭ ਕੁਝ ਕੀਤਾ ਹੋਇਆ ਵਿਅਰਥ ਚਲਾ ਗਿਆ। ਜਦੋਂ ਇਹ ਵਚਨ ਮਾਂ ਦੇ ਕੰਨਾਂ 'ਚ ਪੈਂਦੇ ਹੈ, ਪਿਤਾ ਦੇ ਕੰਨਾਂ 'ਚ ਪੈਂਦੇ ਨੇ, ਉਹ ਕੁਰਲਾਉਂਦੇ ਨੇ ਅੰਦਰੋਂ, ਰੋਂਦੇ ਨੇ ਅੰਦਰੋਂ। ਤੁਹਾਡੇ ਵਾਸਤੇ ਤਾਂ ਅਸੀਂ ਗੁਰਦੁਆਰੇ ਨਹੀਂ ਗਏ, ਤੁਹਾਡੇ ਵਾਸਤੇ ਅਸੀਂ ਪਾਠ ਨਹੀਂ ਕੀਤਾ, ਕਦੀ ਸਵੇਰੇ ਨਹੀਂ ਉੱਠ ਸਕੇ, ਤੁਹਾਡੇ ਕਰਕੇ ਤਾਂ ਸਾਰਾ ਕੁਝ ਕਰਦੇ ਰਹੇ, ਸੇਵਾ ਨਹੀਂ ਕਰ ਸਕੇ ਕਦੀ, ਵੀ ਬੱਚਿਆਂ ਨੂੰ ਸਟੈਂਡ ਕਰ ਲਈ। ਅੱਜ ਤੁਸੀਂ 4 ਅੱਖਰ ਪੜ੍ਹ ਕੇ ਅੱਛੀਆਂ ਨੌਕਰੀਆਂ 'ਤੇ ਚਲੇ ਗਏ, ਅਤੇ ਅੱਜ ਤੁਸੀਂ ਕਹਿੰਦੇ ਤੁਸੀਂ ਕੀਤਾ ਹੀ ਕੀ ਹੈ। ਇਹ ਸਮਾਜ ਦੀ ਸਾਡੀ ਹਾਲਤ ਹੈ। ਮਹਾਰਾਜ ਕਹਿੰਦੇ ਨੇ ਯਾਦ ਰੱਖੀ, ਪੌੜੀ ਛੁਟਕੀ ਫਿਰ ਹਾਥ ਨਾ ਆਵੇ। ਇਹ ਜੀਵਨ ਲੰਘਿਆ ਨਾ ਤੇਰਾ, ਪਰਮਾਤਮਾ ਨਾਲ ਸੱਚੀ ਲਿਵ ਪਾਉਣ ਤੋਂ ਬਿਨਾਂ, ਸਮਾਂ ਲੰਘਣ ਤੋਂ ਬਾਅਦ ਫਿਰ ਇਹ ਹੱਥ ਨਹੀਂ ਆਉਣਾ। ਅਹਿਲਾ ਜਨਮ ਗਵਾਇਆ, ਦੂਜਾ ਭਾਉ ਨਾ ਦੇਈ ਲਿਵ ਲਾਗਨ। ਤੇਰੇ ਅੰਦਰ ਜਦੋਂ ਦੂਜਾ ਭਾਉ ਮਾਇਆ ਵਾਲਾ ਪੈਦਾ ਹੋ ਗਿਆ ਨਾ, ਤੇਰੀ ਲਿਵ ਪਰਮਾਤਮਾ ਨਾਲ ਨਹੀਂ ਜੁੜਨ ਦਿੰਦਾ। ਜਿਹਦੀ ਜ਼ਿਆਦਾ ਲਿਵ ਮਾਇਆ ਨਾਲ ਹੋਏਗੀ, ਯਾਦ ਰੱਖਣਾ ਉਸਦਾ ਅੰਦਰਲਾ ਮਨ, ਉਸਦੀ ਲਿਵ ਪ੍ਰਭੂ ਚਰਨਾਂ ਨਾਲ ਨਹੀਂ ਜੁੜਦੀ। ਦੂਜਾ ਭਾਉ ਨਾ ਦੇਈ ਲਿਵ ਲਾਗਨ, ਜਿਨ ਹਰ ਕੇ ਚਰਨ ਵਿਸਾਰੇ, ਜਿਨ੍ਹਾਂ ਨੇ ਹਰੀ ਪਰਮਾਤਮਾ ਦੇ ਚਰਨ ਵਿਸਾਰ ਦਿੱਤੇ। 10ਵੇਂ ਪਾਤਸ਼ਾਹ ਦੇ ਬੜੇ ਪਰਮ ਸਿੱਖ ਹੋਏ ਨੇ ਭਾਈ ਨੰਦ ਲਾਲ ਜੀ। ਨੰਦ ਲਾਲ ਜੀ ਗੋਇਆ, ਉਹਨਾਂ ਨੇ ਆਪਣਾ ਤਖੱਲਸ ਲਾਇਆ ਸੀ ਗੋਇਆ। ਉਹ ਦੇਹ ਦੇ ਸਫਲ ਅੰਗਾਂ ਦੀ ਗੱਲ ਕਰਦੇ ਹਨ। ਜਦੋਂ ਅਸੀਂ ਦੇਖਦੇ ਹਾਂ ਨਾ, ਉਹਨਾਂ ਦੀਆਂ ਗਜ਼ਲਾਂ ਨੇ, ਉਹਨਾਂ ਗਜ਼ਲਾਂ ਰਾਹੀਂ ਬੜਾ ਪਿਆਰਾ ਉਪਦੇਸ਼ ਦਿੱਤਾ। ਕਹਿੰਦੇ ਦਿਲ ਅਗਰ ਦਾਨਾ ਬਬਦ, ਅੰਦਰ ਕਿਨਾਰਸ ਯਾਰ ਅਸਤ, ਚਸਪ ਦਰ ਬੀਨਾ ਬਬਦ, ਦਰ ਹਰ ਤਰਫ ਦਿਦਾਰ ਅਸਤ। ਇਹਦਾ ਨਾ ਪੰਜਾਬੀ ਵਿੱਚ ਵਿਦਵਾਨ ਨੇ ਉਲੱਥਾ ਕੀਤਾ। ਉਹ ਕਹਿੰਦਾ ਹੈ ਜੇਕਰ ਦਿਲ ਇਹ ਦਾਨਾ ਥੀਵੇ, ਜੇ ਇਹ ਦਿਲ ਦਾਨਾ ਥੀਵੇ, ਯਾਰ ਬਗਲ ਵਿੱਚ ਭਾਸੇ।
ਜੇ ਤੇਰਾ ਦਿਲ ਡਾਢਾ ਹੈ ਨਾ ਤੇ ਸਮਝ ਲੈ ਤਾਂ ਡਾਢਾ ਜੇ ਤੈਨੂੰ ਰੱਬ ਤੇਰੇ ਦਿਲ 'ਚ ਨਜ਼ਰ ਆਵੇ, ਤੈਨੂੰ ਤੇਰੇ ਨਾਲ ਲੱਗੇ ਵੀ ਮੇਰਾ ਰੱਬ ਮੇਰੇ ਨਾਲ ਰਹਿੰਦਾ। ਜੇਕਰ ਦਿਲ ਇਹ ਦਾਨਾ ਥੀਵੇ ਯਾਰ ਬਗਲ ਵਿੱਚ ਪਾਸੇ, ਅੱਖ ਹੋਵੇ ਜੇ ਵੇਖਣ ਵਾਲੀ, ਤੇਰੇ ਕੋਲ ਜੇ ਅੱਖ ਹੋਵੇ ਵੇਖਣ ਵਾਲੀ, ਨੂਰ ਦਿਸੇ ਹਰ ਪਾਸੇ, ਤੈਨੂੰ ਸਾਰੀਆਂ ਥਾਵਾਂ 'ਤੇ ਰੱਬ ਦਾ ਨੂਰ ਨਜ਼ਰ ਆਏ, ਉਸ ਤੋਂ ਬਿਨਾਂ ਕੁਛ ਵੀ ਨਜ਼ਰ ਨਹੀਂ ਆਉਣਾ ਤੈਨੂੰ। ਅਗਲੀ ਗੱਲ ਕਹਿੰਦੇ ਨੇ ਭਾਈ ਨੰਦ ਲਾਲ ਜੀ, ਪਰ ਅੱਖ ਕਿੱਥੇ ਵੇਖਣ ਵਾਲੀ, ਦੀਰ ਜੋ ਹਰ ਥਾਂ ਵੇਖੇ। ਸਾਡੇ ਕੋਲ ਅੱਖਾਂ ਕਿੱਥੇ ਨੇ ਵੇਖਣ ਵਾਲੀਆਂ, ਜੋ ਹਰ ਥਾਂ 'ਤੇ ਅਕਾਲ ਪੁਰਖ ਵਾਹਿਗੁਰੂ ਦਾ ਦੀਦਾਰ ਕਰਨ। ਹਰ ਥਾਂ ਵਸੇ ਨੂਰ ਮਾਹੀ ਦਾ, ਹਰ ਜਾਂ ਤੂਰ ਜੋ ਪੇਖੇ। ਵਾਹਿਗੁਰੂ ਦਾ ਨੂਰ ਹਰ ਥਾਂ 'ਤੇ ਵਸਦਾ ਹੈ ਅਤੇ ਉਸ ਨੂੰ ਹਰ ਥਾਂ 'ਤੇ ਵੇਖਣ ਵਾਲੀ ਸਾਡੇ ਕੋਲ ਅੱਖ ਹੀ ਨਹੀਂ। ਨੂਰ ਤਾਂ ਸਾਰੀਆਂ ਥਾਵਾਂ 'ਤੇ ਹੈ, ਹਰ ਇੱਕ ਦੇ ਵਿੱਚ ਪਰਮਾਤਮਾ ਦਾ ਨੂਰ ਹੈ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਪਰ ਉਹ ਨੂਰ ਸਾਨੂੰ ਦਿਖਾਈ ਕਿੱਥੇ ਦਿੰਦਾ। ਅਗਲੀ ਗੱਲ ਬੜੀ ਕਮਾਲ ਦੀ ਕੀਤੀ ਭਾਈ ਵੀਰ ਸਿੰਘ ਨੇ, ਕਹਿੰਦੇ ਸਿਰ ਜੇ ਰੱਖਦਾ ਹੈ ਤਾਂ ਇਸ ਨੂੰ ਗੁਰ ਚਰਨਾਂ ਵਿੱਚ ਧਰ ਦੇ। ਜੇ ਸਿਰ ਹੈ ਨਾ ਤੇਰੇ ਸਿਰ 'ਤੇ, ਸਰੀਰ ਦੇ ਉੱਪਰ, ਤੈਨੂੰ ਗੁਰੂ ਚਰਨਾਂ 'ਚ ਰੱਖ। ਜੇ ਸਮਝਦਾ ਕਿ ਸਿਰ ਹੈਗਾ ਤੇਰੇ ਕੋਲ ਤੇ ਬਾਕੀ ਥਾਂ 'ਤੇ ਧਰਦਾ ਫਿਰਦਾ, ਕਿਸੇ ਕੰਮ ਦਾ ਨਹੀਂ। ਸਿਰ ਜੇ ਰੱਖਦਾ ਤਾਂ ਇਸ ਨੂੰ ਗੁਰ ਚਰਨਾਂ ਵਿੱਚ ਧਰ ਦੇ, ਜਿੰਦ ਸੁਖੀ ਜੇ ਲੋਚੇ ਕਰਨਾ ਸਦਕੇ ਉਸ ਤੋਂ ਕਰ। ਜੇ ਜਿੰਦ ਨੂੰ ਸੋਚਦਾ ਨਾ ਸੁਖੀ ਕਰ ਲਵਾਂ ਤੇ ਉਸ ਦੇ ਅੱਗੇ ਜੋ ਅਰਪਣ ਕਰਦੇ ਜਿੰਦ ਨੂੰ, ਸੁਖੀ ਹੋ ਜਾਵੇਂਗਾ। ਆਪਣੇ ਜਿੰਦ ਨੂੰ ਗੁਰੂ ਤੋਂ ਸਦਕੇ ਕਰ ਦੇ। ਹਰ ਵੇਲੇ ਕੁਰਬਾਨ ਜਾਇਆ ਕਰ ਮਹਾਰਾਜ, ਇਸ ਜੋਗਾ ਨਹੀਂ ਸੀ, ਤੂੰ ਕਿਰਪਾ ਕਰ ਦਿੱਤੀ, ਤੇਰਾ ਤਰਸ ਹੋਇਆ, ਇਹ ਜੀਵਨ ਬਖਸ਼ਿਆ, ਸਭ ਕੁਝ ਜੋ ਦਿੱਤਾ ਤੇਰੀ ਕਿਰਪਾ ਨਾਲ ਮਿਲਿਆ। ਭਾਈ ਵੀਰ ਸਿੰਘ ਜੀ, ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਕਿ ਉਸ ਪਰਮਾਤਮਾ ਤੋਂ ਆਪਣੇ ਆਪ ਨੂੰ ਸਦਕੇ ਕਰਦੇ, ਆਪਣੇ ਜਿੰਦ ਨੂੰ। ਜਿੰਦ ਸੁਖੀ ਜੇ ਲੋਚੇ ਕਰਨਾ, ਜੇ ਸੋਚਣਾ ਤੇਰੀ ਜਿੰਦ ਸੁਖੀ ਹੋਵੇ, ਸਦਕੇ ਉਸ ਤੋਂ ਕਰ ਦੇ। ਅਗਲੇ ਬਚਨ ਬੜੇ ਪਿਆਰੇ ਨੇ, ਹੱਥ ਸਫਲ ਜੇ ਕਰਨਾ ਲੋਣੇ, ਲੱਗ ਜਾ ਉਸ ਦੇ ਪੱਲੇ। ਜੇ ਹੱਥਾਂ ਨੂੰ ਸਫਲਾ ਕਰਨਾ, ਉਹਦੇ ਪੱਲੇ ਨਾਲ ਲੱਗਦਾ। ਜੇ ਆਪਣੇ ਹੱਥਾਂ ਨੂੰ ਸਫਲਾ ਕਰਨਾ ਹੈ, ਕਿਉਂਕਿ ਇਹ ਦੇਹੀ ਸਫਲ ਤਾਂ ਹੈ ਜਦੋਂ ਗਿਆਨ ਇੰਦਰੇ ਅਤੇ ਕਰਮ ਇੰਦਰੇ ਸਫਲ ਨੇ। ਪੈਰ ਵਿੱਚ ਜੇ ਸ਼ਕਤੀ ਤੇਰੇ, ਜੇ ਤੇਰੇ ਪੈਰਾਂ 'ਚ ਸ਼ਕਤੀ ਹੈ ਨਾ, ਤੂੰ ਸਮਝਦਾ ਮੇਰੇ ਪੈਰਾਂ 'ਚ ਜਾਨ ਹੈਗੀ ਹੈ। ਜੇ ਅਜੇ ਮੈਂ ਤੁਰ ਕੇ ਜਾ ਸਕਦਾ ਹਾਂ। ਤੁਸੀਂ ਬੁੱਢੇ ਲੋਕਾਂ ਨੂੰ ਵੇਖੋਗੇ ਸ਼ਾਮ ਨੂੰ ਤੁਰ ਕੇ ਠੇਕੇ ਵੱਲ ਪਹੁੰਚ ਜਾਣਗੇ, ਉਹਨਾਂ ਦੇ ਪੈਰਾਂ ਸ਼ਕਤੀ ਹੈ ਠੇਕੇ ਤੱਕ ਜਾਣ ਦੀ। ਪਰ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ, ਜੇ ਸੱਚੀ ਮੁੱਚੀ ਤੇਰੇ ਪੈਰਾਂ 'ਚ ਜੇ ਸ਼ਕਤੀ ਹੈ, ਪੈਰਾਂ ਵਿੱਚ ਜੇ ਸ਼ਕਤੀ ਤੇਰੇ, ਤੁਰ ਪਾਓ ਉਸ ਦੇ ਬੱਲੇ, ਉਹਦੇ ਵੱਲ ਤੁਰ ਪੈ, ਪਰਮਾਤਮਾ ਦੇ ਘਰ ਵੱਲ। ਜੇ ਸ਼ਕਤੀ ਹੈ ਨਾ ਪੈਰਾਂ ਵਿੱਚ, ਅਜੇ ਪੈਰ ਚੱਲਦੇ ਨੇ, ਤਾਂ ਇੱਕ ਦਿਨ ਵੀ ਨਾਗਾ ਨਾ ਕਰੀ ਗੁਰੂ ਚਰਨਾਂ ਦੇ ਵਿੱਚ ਆ ਕੇ ਮੱਥਾ ਟੇਕਣ ਤੋਂ। ਇੱਕ ਦਿਨ ਵੀ ਇਹ ਨਾ ਕਰੀ, ਟਾਲ ਮਟੋਲ ਨਾ ਕਰੀ ਵੀ ਅੱਜ ਨਹੀਂ ਕੱਲ੍ਹ ਦੇਖ ਲਾਂਗੇ। ਭਾਈ ਵੀਰ ਸਿੰਘ ਜੀ, ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਬਸ ਉਸ ਦੇ ਅੱਗੇ ਆ, ਆਪਣੇ ਚਰਨਾਂ ਦੇ ਚੱਲ ਕੇ ਉਹਦੇ ਵੱਲੇ ਕਰਦੇ ਆਪਣੇ ਆਪ ਨੂੰ, ਉਸਦੇ ਵੱਲ ਹੋ ਜਾ। ਕੰਨ ਜੇ ਤੇਰੇ ਜੇ ਸੁਣਨੇ ਸਕਦੇ, ਜੇ ਤੇਰੇ ਕੰਨ ਸੁਣ ਸਕਦੇ ਨੇ ਨਾ, ਤੇ ਸੁਣੀ ਸ਼ਬਦ ਨਾ ਦੂਜਾ, ਇਹਨਾਂ ਕੰਨਾਂ ਨਾਲ ਦੂਜਾ ਸ਼ਬਦ ਨਾ ਸੁਣੀ। ਗੁਰੂ ਦੇ ਸ਼ਬਦ ਤੋਂ ਬਿਨਾਂ ਹੋਰ ਕੋਈ ਸ਼ਬਦ ਨਾ ਸੁਣੀ। ਤੇ ਆਖਣ ਲੱਗੇ ਜੀਭ ਤੇਰੀ ਜੇ ਬੋਲਣ ਜਾਣੇ, ਤੇਰੀ ਰਸਨਾ ਜੇ ਬੋਲਣਾ ਜਾਣਦੀ ਹੈ ਨਾ, ਆਪਾਂ ਬੋਲਦੇ ਫਟਫਟ ਬੋਲੀ ਜਾਂਦੇ ਹਾਂ। ਤੇ ਭਾਈ ਸਾਹਿਬ ਜੀ ਕਹਿੰਦੇ ਨੇ, ਹਰ ਗੱਲ ਰੱਬ ਦੀ ਪੂਜਾ, ਤੇਰੇ ਹਰ ਗੱਲ ਦੇ ਵਿੱਚੋਂ ਰੱਬ ਦੀ ਪੂਜਾ ਹੋਵੇ। ਪਾਓ ਕਿ ਜੀਭ ਜੇ ਬੋਲਣਾ ਚਾਹੁੰਦੀ ਹੈ ਨਾ, ਤੇਰੀ ਰਸਨਾ ਤੋਂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਿਕਲੇ। ਉੜਦਿਆਂ ਬਹਿੰਦਿਆਂ, ਉੜਦਿਆਂ ਬਹਿੰਦਿਆਂ, ਚਲਦਿਆਂ ਤੁਰਦਿਆਂ, ਉਠਤ ਬੈਠਤ ਸੋਵਤ ਜਾਗਤ, ਇਹ ਮਨ ਤੁਝੇ ਜਿਤਾਰੇ। ਜਦੋਂ ਵੀ ਤੂੰ ਰਸਨਾ ਤੋਂ ਬੋਲੇ ਨਾ, ਵਾਹਿਗੁਰੂ ਕਰੇ, ਇੱਕ ਵਾਰੀ ਉਚਾਰਨ ਕਰੋ ਸਤਨਾਮ, ਤਾਂ ਇਹ ਤੇਰੀ ਦੇਹ ਨਿਮਾਣੀ ਜਿਹੜੀ ਹੈ ਨਾ ਨਹੀਂ ਰਹੇਗੀ, ਤੇ ਇਹ ਦੇਹ ਸਫਲੀ ਹੋ ਜਾਏਗੀ। ਤੇ ਇਸ ਤਰ੍ਹਾਂ ਨਹੀਂ ਕਰ ਰਿਹਾ ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਨੂੰ ਸਮਝਾ ਰਹੇ ਨੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਪ੍ਰਭੂ ਦੀ ਲਿਵ ਤੋਂ ਬਿਨਾਂ ਇਹ ਸਰੀਰ ਨਿਤਾਣਾ ਤੇ ਨਿਆਸਰਾ ਹੈ, ਨਿਕੰਮਾ ਹੈ, ਕਿਸੇ ਕੰਮ ਦਾ ਨਹੀਂ। ਦੇਹ ਨਿਮਾਣੀ ਲਿਵੈ ਬਾਝੋਂ, ਕਿਆ ਕਰੇ ਵਿਚਾਰੀਆ। ਸੱਚੀ ਪ੍ਰੀਤੋ ਸਖਣੀ ਇਹ ਨਿਮਾਣੀ ਦੇਹ ਨਕਾਰੇ ਕੰਮ ਕਰਨ ਜੋਗੀ ਰਹਿ ਜਾਂਦੀ। ਹੁਣ ਵਿਚਾਰੀ ਇਹ ਕੀ ਕਰ ਸਕਦੀ ਹੈ? ਚੰਗੇ ਕੰਮ ਤਾਂ ਨਹੀਂ ਕਰ ਸਕਦੀ ਨਾ। ਜਦੋਂ ਇਹ ਨਿਮਾਣੀ ਹੈ, ਲਿਵ ਲੱਗੀ ਨਹੀਂ ਪਰਮਾਤਮਾ ਨਾਲ, ਯਾਦ ਰੱਖਣਾ ਇਹ ਸਰੀਰ ਕਦੀ ਚੰਗਾ ਕੰਮ ਨਹੀਂ ਕਰ ਸਕਦਾ, ਪਰਉਪਕਾਰ ਨਹੀਂ ਕਰ ਸਕਦਾ, ਕਿਦਾ ਭਲਾ ਨਹੀਂ ਕਰ ਸਕਦਾ, ਇਹਨੇ ਮਾੜਾ ਹੀ ਹੁਣ ਕਰਨਾ। ਦੇਹ ਨਿਮਾਣੀ ਲਿਵੈ ਬਾਝੋਂ, ਕਿਆ ਕਰੇ ਵਿਚਾਰੀਆ। ਵਿਚਾਰਿਆ ਤਾਂ ਵਿਚਾਰੀ, ਨਿਮਾਣੀ ਨਿਤਾਣੀ ਜਿਹੀ ਜਿੰਦ, ਇਹ ਸਰੀਰ ਹੁਣ ਕੀ ਕਰ ਸਕਦਾ? ਕਿਉਂਕਿ ਇਹ ਤਾਂ ਨਿਮਾਣਾ ਨਿਤਾਣਾ ਹੋ ਗਿਆ।
ਫਿਰ ਕਹਿੰਦੇ ਤੁਧ ਬਾਜ ਸਮਰਥ ਕੋਏ ਨਾਹੀ, ਕਿਰਪਾ ਕਰ ਬਨਵਾਰਿਆ। हे ਵਾਹਿਗੁਰੂ, ਕੇਵਲ ਤੂੰ ਹੀ ਸਰਬ ਸਮਰਥ ਹੈ। ਜੇ ਕਿਰਪਾ ਕਰਕੇ ਇਸ ਨਿਕੰਮੇ ਤੇ ਨਿਤਾਣੇ ਸਰੀਰ ਨੂੰ ਚੰਗੇ ਪਾਸੇ ਲਾ ਸਕਦਾ ਹੈ, ਇਹ ਤੂੰ ਹੀ ਲਾ ਸਕਦਾ। ਕਿਰਪਾ ਕਰ ਮੇਰੇ ਤੇ। ਆਪਣੇ ਦੇਖੋ, ਆਪਣੇ ਆਪ ਅਸੀਂ ਇਸ ਨੂੰ ਚੰਗੇ ਪਾਸੇ ਨਹੀਂ ਲਾ ਸਕਦੇ। ਉਸ ਵਾਸਤੇ ਗੁਰੂ ਸਾਹਿਬ ਦੀ ਕਿਰਪਾ ਚਾਹੀਦੀ ਹੈ, ਵਾਹਿਗੁਰੂ ਜੀ ਦੀ ਬਖਸ਼ਿਸ਼ ਚਾਹੀਦੀ ਹੈ। ਯਾਦ ਰੱਖਣਾ, ਜੇ ਸਾਡੇ ਆਪਣੇ ਹੱਥ 'ਚ ਹੋਵੇ ਨਾ ਸਾਰਾ ਹੀ, ਤਾਂ ਅਸੀਂ ਤਾਂ ਲੱਗ ਜਾਣਾ ਸੀ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ, ਸੰਸਾਰ ਦੇ ਵਿੱਚ ਬੜੇ ਲੋਕ ਨੇ ਜਿਹੜੇ ਲੋਚਦੇ ਨੇ ਕਿ ਅਸੀਂ ਰੱਬ ਦੇ ਚਰਨਾਂ ਨਾਲ ਜੁੜਨਾ ਹੈ, ਪਰ ਯਾਦ ਰੱਖਿਓ, ਆਪਣੇ ਹੱਥ ਵਿੱਚ ਨਹੀਂ। ਆਪਨ ਲੀਆ ਜੇ ਮਿਲੇ ਤਾਂ ਸਭ ਕੋ ਭਾਗਟ ਹੋ। ਜੇ ਆਪਣੇ ਹੱਥਾਂ 'ਚ ਮਿਲਾਪ ਹੋਵੇ ਫਿਰ ਸਾਰਿਆਂ ਦੇ ਭਾਗਾਂ 'ਚ ਹੀ ਹੋ ਜਾਏ। ਆਪਨ ਲੀਆ ਜੇ ਮਿਲੇ ਤਾਂ ਸਭ ਕੋ ਭਾਗਟ ਹੋਏ, ਕਰਮਾਂ ਉੱਪਰ ਨਿਵੜਿਆ ਜੇ ਲੋਚੈ ਸਭ ਕੋਏ। ਨਿਵੇੜਾ ਗੁਰਸਿੱਖੋ ਕਰਮਾਂ ਤੋਂ ਹੋਣਾ ਹੈ। ਸਾਰੇ ਲੋਚਦੇ ਨੇ ਪਰਮਾਤਮਾ ਦਾ ਦੀਦਾਰ, ਪਰ ਉਹਦੀ ਬਖਸ਼ਿਸ਼ ਦੇ ਨਾਲ ਨਿਬੇੜਾ ਹੈ। ਉਹਦੀ ਕਿਰਪਾ ਹੋਏਗੀ, ਨਾਲ ਸਾਡੇ ਕਰਮ ਰਲ ਜਾਣਗੇ ਗੁਰੂ ਦੇ ਨਾਲ, ਉਹਦੀ ਕਿਰਪਾ ਸਦਕਾ ਤਾਂ ਸਾਡਾ ਨਿਬੇੜਾ ਹੈ। ਨਹੀਂ ਤਾਂ ਸਾਡੇ ਹੱਥਾਂ 'ਚ ਮਿਲਾਪ ਨਹੀਂ। ਉਹ ਸਮਰਥ ਹੈ। ਇਸ ਕਰਕੇ ਮਹਾਰਾਜ ਨੇ ਕਿਰਪਾ ਕਰ ਬਨਵਾਰੀਆ। ਬਨਵਾਰਿਆ ਨਹੀਂ ਬੋਲਾਂਗੇ, ਬਨਵਾਰੀਆ ਬਿਹਾਰੀ ਲਾ ਕੇ ਪਾਠ ਕਰਾਂਗੇ। ਇਸ ਨੂੰ ਹੋਰ ਥਾਉ ਨਾਹੀ, ਇਸ ਨਿਥਾਮੀ ਤੇ ਨਿਮਾਣੀ ਦੇਹ ਨੂੰ ਤੇਰੇ ਸ਼ਬਦ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ। ਪਾਓ ਕਿ ਹੇ ਸਤਿਗੁਰੂ, ਤੇਰੇ ਤੋਂ ਬਿਨਾਂ ਇਸ ਸਰੀਰ ਨੂੰ ਕਿਤੇ ਥਾਂ ਨਹੀਂ, ਕਿਤੇ ਜਗ੍ਹਾ ਨਹੀਂ। ਸ਼ਬਦ ਲਾਗ ਸਵਾਰਿਆ। ਤੇ ਹੁਣ ਕਿਰਪਾ ਕਰ, ਸ਼ਬਦ ਵਿੱਚ ਲੱਗ ਕੇ ਸੁਧਰ ਸਕਦੀ ਹੈ। ਇਸ ਕਰਕੇ ਆਪਣੇ ਸ਼ਬਦ ਵਿੱਚ ਲਗਾ ਕੇ ਨਾ ਸਰੀਰ ਨੂੰ ਸਵਾਰ ਦੇ। ਗੁਰੂ ਕੀ ਕਰਦਾ? ਸਾਨੂੰ ਬਾਣੀ ਨਾਲ ਜੋੜਦਾ। ਗੁਰੂ ਕੋਲ ਆਵਾਂਗੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਕਹਿਣਗੇ, ਗਾਵੋ ਸੱਚੀ ਬਾਣੀ। ਆਵਾਜ਼ ਮਾਰਨਗੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸਾਨੂੰ ਸਤਿਗੁਰ ਦੱਸਣਗੇ, ਤੂੰ ਆਇਆ ਇਸ ਕਰਕੇ ਹੈ, ਆਇਓ ਸੁਣਨ ਪੜ੍ਹਨ ਕੋ ਬਾਣੀ। ਤੂੰ ਆਇਆ ਹੀ ਬਾਣੀ ਸੁਣਨ ਵਾਸਤੇ ਤੇ ਬਾਣੀ ਪੜ੍ਹਨ ਵਾਸਤੇ। ਸਾਨੂੰ ਗੁਰੂ ਕੀ ਕਰਦਾ? ਬਾਣੀ ਨਾਲ ਜੋੜਦਾ, ਸ਼ਬਦ ਨਾਲ ਜੋੜਦਾ। ਜਿਹੜਾ ਸਿੱਖ ਸ਼ਬਦ ਨਾਲ ਜੁੜ ਜਾਂਦਾ, ਸ਼ਬਦ ਉਹਨੂੰ ਸਵਾਰ ਦਿੰਦਾ। ਜਿਹੜਾ ਸਿੱਖ ਜੁੜਦਾ ਫੋਟੋਆਂ ਨਾਲ ਹੈ, ਤਸਵੀਰਾਂ ਨਾਲ ਹੈ, ਕਰਮਕਾਂਡੀ ਪੂਜਾ ਨਾਲ ਹੈ, ਉਹਦਾ ਜੀਵਨ ਕਦੀ ਸਫਲਾ ਨਹੀਂ ਹੁੰਦਾ। ਅਜੇ ਵੇਖੋ ਨਾ, ਅਸੀਂ ਬਹੁਤੇ ਲੋਕ ਨਾ ਤਸਵੀਰਾਂ ਨਾਲ ਜੁੜੇ ਹੋਏ। ਗੁਰੂ ਨੇ ਕਿਹਾ ਸੀ, ਪੂਜਾ ਜਿਹੜੀ ਹੈ ਨਾ ਉਹ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਹੁਣ ਸ਼ਬਦ ਦਾ ਪਰਚਾ ਜੀਵਨ 'ਚ ਰਹਿ ਨਹੀਂ ਗਿਆ। ਕੋਈ ਕਹਿੰਦਾ ਜੀ ਮੈਂ ਤਾਂ ਫਲਾਣੇ ਗੁਰੂ ਦਾ ਧਿਆਨ ਟਿਕਾਉਣਾ, ਕੋਈ ਕਹਿੰਦਾ ਮੈਂ ਉਸ ਦਾ ਟਿਕਾਉਣਾ। ਉਹ ਮੂਰਤੀਆਂ ਦਾ ਧਿਆਨ ਟਿਕਾਏ ਜਾਂਦੇ। ਧਿਆਨ ਟਿਕਾਉਣਾ ਤੇ ਸ਼ਬਦ ਨੂੰ ਅੰਦਰ ਟਿਕਾਓ। ਗੁਰੂ ਸਾਹਿਬ ਜੀ ਨੇ ਕੀ ਉਪਦੇਸ਼ ਦਿੱਤਾ ਹੈ, ਕੀ ਸਿੱਖਿਆ ਦਿੱਤੀ ਹੈ ਜੀਵਨ ਵਿੱਚ। ਇਸ ਕਰਕੇ ਮਹਾਰਾਜ ਆਖਣ ਲੱਗੇ, ਇਹ ਨਿਥਾਮੀ ਤੇ ਨਿਮਾਣੀ ਦੇ ਕੇਵਲ ਤੇਰੇ ਸ਼ਬਦ ਨਾਲ ਲੱਗ ਕੇ, ਸ਼ਬਦ ਵਿੱਚ ਜੁੜ ਕੇ ਇਹ ਸੁਧਰ ਸਕਦੀ ਹੈ। ਇਸ ਕਰਕੇ ਆਪਣੇ ਸ਼ਬਦ ਵਿੱਚ ਲਾ ਕੇ, ਇਹ ਸਤਿਗੁਰ ਕਿਰਪਾ ਕਰ ਇਹਨੂੰ ਸਵਾਰ ਦੇ, ਇਹਨੂੰ ਸੁਧਾਰ ਦੇ ਜ਼ਿੰਦਗੀ। ਜੇ ਅਸੀਂ ਚਾਹੁੰਦੇ ਨਾ ਅੱਜ ਤੋਂ ਪਹਿਲਾਂ ਜੋ ਹੋਇਆ ਉਹ ਹੋਇਆ, ਅੱਜ ਤੋਂ ਅਸੀਂ ਸੁਧਰਨਾ ਹੈ, ਇਹ ਸੁਧਰਨ ਦਾ ਇੱਕੋ ਇੱਕ ਮਾਪਦੰਡ ਹੈ, ਉਹ ਹੈ ਆਪਣੇ ਆਪ ਨੂੰ ਗੁਰਬਾਣੀ ਨਾਲ ਜੋੜ ਲਓ। ਗੁਰੂ ਸ਼ਬਦ ਦੇ ਵਿੱਚ ਆਪਣੇ ਮਨ ਨੂੰ ਲਾ ਲਓ। ਬਾਕੀ ਚੀਜ਼ਾਂ ਨਾਲ ਜੁੜਿਆ ਹੋਇਆ ਮਨ ਉੱਥੋਂ ਤਿਆਗ ਕਰ ਲਈਏ। ਫਿਰ ਲਾਸਟ ਪੰਕਤੀ 'ਚ ਮਹਾਰਾਜ ਕਹਿੰਦੇ ਨੇ, ਕਹਿ ਨਾਨਕ ਲਿਵੈ ਬਾਝੋਂ ਕਿਆ ਕਰੇ ਬੇਚਾਰੀਆ। ਆਖਣ ਲੱਗੇ, ਕਹਿ ਨਾਨਕ, ਨਾਨਕ ਆਖਦਾ ਹੈ। ਗੁਰੂ ਅਮਰਦਾਸ ਜੀ ਆਖ ਰਹੇ ਲਿਵੈ ਬਾਝੋਂ। ਫਿਰ ਇਹ ਸੱਚਾਈ ਨੂੰ ਦੁਹਰਾਉਂਦੇ ਨੇ ਕਿ ਸੱਚੇ ਪ੍ਰਭੂ ਦੇ ਚਰਨਾਂ ਦੀ ਲਗਨ ਤੋਂ ਬਿਨਾਂ, ਲਿਵ ਤੋਂ ਬਿਨਾਂ ਇਹ ਮਨੁੱਖਾ ਦੇਹੀ ਬੜੀ ਨਿਮਾਣੀ ਤੇ ਨਿਤਾਣੀ ਹੈ। ਪਾਓ ਕਿ ਨਕਾਰੀ ਹੈ ਤੇ ਨਿਕੰਮੀ ਹੈ, ਕਿਸੇ ਕੰਮ ਦੀ ਨਹੀਂ। ਜੇ ਪਰਮਾਤਮਾ ਦਾ ਪ੍ਰੇਮ ਪੈਦਾ ਨਹੀਂ ਹੋਇਆ, ਪਰਮਾਤਮਾ ਨਾਲ ਤੇਰੀ ਲਿਵ ਨਹੀਂ ਜੁੜੀ। ਲਿਵ ਦਾ ਅਰਥ ਹੈ ਮਨ, ਲਿਵ ਦਾ ਅਰਥ ਹੈ ਸਾਡਾ ਅੰਦਰਲੀ ਸੁਰਤ, ਲਿਵ ਦਾ ਅਰਥ ਹੈ ਸਾਡੇ ਅੰਦਰ ਦੀ ਜੋ ਜਿਹੜੀ ਸੁਰਤ ਹੈ। ਜਿਸ ਨਾਲ ਇਹ ਰੱਬ ਨਾਲ ਜੁੜ ਗਈ ਤੇ ਇਹ ਦੇਹੀ ਭਾਗਾਂ ਵਾਲੀ ਹੈ, ਪਰ ਨਿਮਾਣੀ ਤੇ ਨਿਤਾਣੀ ਨਹੀਂ ਰਹੇਗੀ। ਪਰ ਜਿੰਨਾ ਚਿਰ ਸਾਡਾ ਅੰਦਰਲਾ ਵਾਹਿਗੁਰੂ ਚਰਨਾਂ ਨਾਲ ਨਹੀਂ ਜੁੜਦਾ ਤੇ ਇਹ ਦੇਹੀ ਠੇਡੇ ਖਾਈ ਜਾਂਦੀ। ਦੇਹ ਕੇਵਲ ਦੁੱਖ ਦਾ ਹੀ ਘਰ ਹੈ। ਬੰਦਾ ਕਹਿੰਦਾ ਬੜਾ ਦੁਖੀ ਹੈ। ਜਦੋਂ ਇਸ ਦੇਹੀ ਰਾਹੀਂ ਪਰਮਾਤਮਾ ਨਾਲ ਜੁੜ ਗਿਆ, ਕਹਿੰਦਾ ਜੀ ਬੜਾ ਹੀ ਆਨੰਦ ਹੈ। ਫਰਕ ਕਿੰਨਾ ਪਿਆ? ਪਹਿਲਾਂ ਪਦਾਰਥਾਂ ਨਾਲ ਜੁੜਿਆ ਹੋਇਆ ਸੀ, ਪਦਾਰਥ ਵੱਧ ਗਏ ਤਾਂ ਵੀ ਦੁਖੀ ਹੋ ਜਾਂਦਾ, ਘਟ ਜਾਂਦੇ ਤਾਂ ਵੀ ਦੁਖੀ ਹੋ ਜਾਂਦਾ। ਤੇ ਹੁਣ ਤਾਂ ਪਦਾਰਥ ਘਟਣ ਵਧਣ,
ਮਾਇਆ ਵੱਧ ਆਵੇ ਘਟ ਆਵੇ, ਤੈਨੂੰ ਹੁਣ ਸੁਰਤੀ ਗੁਰੂ ਚਰਨਾਂ ਨਾਲ ਜੁੜ ਗਈ ਹੈ ਤੇ ਹੁਣ ਕੋਈ ਫਰਕ ਹੀ ਨਹੀਂ। ਹੁਣ ਕਹਿੰਦਾ ਆਨੰਦ ਹੈ, ਬੜੀ ਕਿਰਪਾ ਬਣੀ ਹੋਈ ਹੈ ਜੀਵਨ 'ਚ, ਜਿੰਨਾ ਮਿਲਿਆ ਮੇਰੇ ਸਤਿਗੁਰੂ ਨੇ ਬੜੀ ਕਿਰਪਾ ਕੀਤੀ, ਗੁਜ਼ਾਰਾ ਚਲੀ ਜਾਂਦਾ ਹੈ। ਜੀਵਨ ਸੋਹਣਾ ਬਤੀਤ ਹੋ ਰਿਹਾ, ਸ਼ੁਕਰਾਨਾ ਹੀ ਹਰ ਵੇਲੇ ਜਦੋਂ ਲਿਵ ਜੁੜ ਜਾਵੇ। ਜਿਹਨਾਂ ਲਿਵ ਟੁੱਟ ਗਈ ਨਾ, ਮੈਂ ਕਹਿੰਦਾ ਜੀਵਨ ਅਸਲ ਵਿੱਚ ਦੁੱਖ ਸੁੱਖ ਹੈ ਹੀ ਲਿਵ ਦਾ ਜੁੜਨਾ ਤੇ ਟੁੱਟਣਾ। ਲਿਵ ਜੁੜ ਗਈ ਤਾਂ ਸੁੱਖ ਹੈ, ਲਿਵ ਟੁੱਟ ਗਈ ਤਾਂ ਦੁੱਖ ਹੈ। ਬਸ ਜੇ ਸਾਡੀ ਲਿਵ ਜੁੜੀ ਹੋਈ ਹੈ ਨਾ, ਕੁਛ ਵੀ ਨਾ ਹੋਵੇ ਤਾਂ ਵੀ ਸੁਖੀ ਹੈ। ਕਈ ਤੁਸੀਂ ਬੰਦਿਆਂ ਨੂੰ ਵੇਖੋ, ਉਹਨਾਂ ਕੋਲ ਖਾਣ ਨੂੰ ਕੁਛ ਨਹੀਂ, ਪਾਣ ਨੂੰ ਕੁਛ ਨਹੀਂ, ਰਹਿਣ ਨੂੰ ਥਾਂ ਨਹੀਂ, ਪਰ ਲਿਵ ਗੁਰੂ ਚਰਨਾਂ ਜੁੜੀ ਹੋਈ। ਕਈ ਥਾਂ 'ਤੇ ਜਾਈਦਾ ਨਾ, ਕਈ ਰੱਬ ਦੇ ਪਿਆਰੇ ਮਿਲਦੇ ਨੇ, ਕਿੱਥੇ ਰਹਿੰਦੇ ਹੋ ਕਿ ਇੱਥੇ ਪਟੜੀ 'ਤੇ ਪੈ ਜਾਂਦੇ ਨੇ, ਕੀ ਹਾਲ ਹੈ, ਕਹਿੰਦੇ ਬੜੀ ਕਿਰਪਾ, ਚਿਹਰਾ ਤੱਕ ਤੱਕ ਕਰਦਾ ਹੋਇਆ, ਬੜਾ ਆਨੰਦ, ਕੋਈ ਤੂੜੀ ਨਹੀਂ ਮੱਥੇ, ਰਹਿਣ ਨੂੰ ਘਰ ਨਹੀਂ, ਪਾਣ ਨੂੰ ਕੱਪੜੇ ਨੂੰ ਕੁਝ ਵੀ ਨਹੀਂ, ਬੜਾ ਆਨੰਦ ਹੈ। ਕਿੱਥੋਂ ਮਿਲਿਆ? ਅਸਲ ਵਿੱਚ ਸੁਰਤ ਗੁਰੂ ਚਰਨਾਂ ਨਾਲ ਜੁੜ ਗਈ, ਸਮਝ ਆ ਗਈ। ਰੋਟੀ ਰੱਬ ਨੇ ਕੁਛ ਵੀ ਨਾ ਕਰੇਗਾ ਤਾਂ ਵੀ ਦੇ ਦੇਣੀ ਹੈ, ਸਭ ਕੁਝ ਚੱਲ ਜਾਣਾ, ਜੀਵਨ ਬਤੀਤ ਹੋ ਜਾਣਾ, ਪਰ ਇਸ ਤੋਂ ਬਿਨਾਂ ਜੀਵਨ ਵਿੱਚ ਹੋਰ ਕੋਈ ਆਸਰਾ ਨਹੀਂ। ਬਹੁਤ ਸਾਰੇ ਤੁਹਾਨੂੰ ਲੋਕ ਧਾਰਮਿਕ ਸਥਾਨਾਂ 'ਤੇ ਐਸੇ ਮਿਲ ਜਾਣਗੇ। ਫਤਿਹਨਗਰ ਜਾ ਕੇ ਸਾਹਿਬਜ਼ਾਦਿਆਂ ਦੇ ਗੁਰਦੁਆਰੇ ਵੇਖ ਲਓ, ਬੰਗਲਾ ਸਾਹਿਬ ਜਾ ਕੇ ਵੇਖ ਲਓ, ਤੁਸੀਂ ਜਾ ਕੇ ਸਿਜਗੰਜ ਸਾਹਿਬ ਵੇਖ ਲਓ, ਹਜ਼ਾਰਾਂ ਬੰਦੇ ਮਿਲ ਜਾਣਗੇ ਜਿਹੜੇ ਕਿ ਕੋਈ ਛੋਟਾ ਮੋਟਾ ਕੰਮ ਕਰਦੇ ਨੇ, ਪਰ ਉਹਨਾਂ ਦਾ ਚਿਹਰਾ ਭਗਭਗ ਕਰਦਾ ਦਿਖਦਾ ਹੋਇਆ ਚਿਹਰਾ। ਕਿਉਂ? ਕਿਉਂਕਿ ਉਹਨਾਂ ਨੇ ਬਾਕੀ ਚੀਜ਼ਾਂ ਛੱਡ ਦਿੱਤੀਆਂ, ਚਿੰਤਾਵਾਂ ਛੱਡ ਦਿੱਤੀਆਂ, ਉਹ ਗੁਰੂ ਚਰਨਾਂ 'ਚ ਜੁੜ ਗਏ। ਸਵੇਰੇ ਸ਼ਾਮ ਸਤਸੰਗ ਨਹੀਂ ਛੱਡਦੇ, ਇੱਕ ਵੇਲੇ ਕੰਮ ਛੱਡਣਾ ਪੈ ਜਾਏ ਛੱਡ ਦਿੰਦੇ। ਦੇਖੋ ਨਾ ਉਹਨਾਂ ਦੀ ਬਿਰਤੀ। ਇਸ ਕਰਕੇ ਗੁਰੂ ਸਾਹਿਬ ਜੀ ਨੇ ਇਹ ਸਬਕ ਸਾਨੂੰ ਅੱਜ ਬਖਸ਼ਿਆ ਕਿ ਜੇ ਤੇਰੀ ਲਿਵ ਨਾ ਜੁੜੀ ਨਾ, ਤੇ ਤੇਰੇ ਪੱਲੇ ਦੁਖੀ ਦੁੱਖ। ਮੈਂ ਤਾਂ ਇਹ ਬੇਨਤੀ ਕਰਦਾ, ਸਾਡੇ ਲਿਵ ਦਾ ਜੁੜਨਾ ਹੀ ਸੁੱਖ ਹੈ, ਲਿਵ ਦਾ ਟੁੱਟਣਾ ਹੀ ਜਿਹੜਾ ਦੁੱਖ ਹੈ। ਇਸ ਕਰਕੇ ਲਿਵ ਜੁੜੀ ਰਹੇਗੀ, ਆਨੰਦ ਵਿੱਚ ਰਵਾਂਗੇ। ਲਿਵ ਟੁੱਟ ਗਈ, ਘਰ ਦੇ ਵਿੱਚ ਸਾਰੇ ਪਦਾਰਥ ਹੋਣਗੇ, ਸਾਰਾ ਭਰਿਆ ਪਰਿਵਾਰ ਹੋਵੇਗਾ, ਤਾਂ ਵੀ ਦੁਖੀ ਬੈਠੇ ਹੋਵਾਂਗੇ, ਮੱਥੇ 'ਤੇ ਤੂੜੀਆਂ ਹੋਣਗੀਆਂ। ਬਹੁਤੇ ਲੋਕ ਤੁਹਾਨੂੰ ਸੰਸਾਰ ਅੱਜ ਮਿਲ ਜਾਣਗੇ ਨਾ, ਸਭ ਕੁਝ ਹੈ ਘਰ ਦੇ ਵਿੱਚ, ਪਰ ਲਿਵ ਨਹੀਂ ਜੁੜੀ ਹੋਈ, ਸ਼ਬਦ ਨਾਲ ਸਾਂਝ ਕੋਈ ਨਹੀਂ, ਦੁਖੀ ਨੇ ਬੜੇ। ਭਾਰਤ ਵਿੱਚ 36 ਪ੍ਰਕਾਰ ਦੇ ਭੋਜਨ ਨੇ, 2-2, 3-3 ਲੱਖ ਰੁਪਏ ਮਹੀਨੇ ਦੀ ਤਨਖਾਹਾਂ ਇੱਕ ਬੰਦੇ ਦੀਆਂ ਆ ਰਹੀਆਂ ਨੇ, ਪਤੀ ਪਤਨੀ ਦੀ ਦੋਨਾਂ ਦੀ ਅਲੱਗ-ਅਲੱਗ, ਤਾਂ ਵੀ ਦੁਖੀ ਬੈਠੇ ਹੋਏ ਨੇ, ਕਿਉਂਕਿ ਸ਼ਬਦ ਨਾਲ ਤਾਂ ਸੁਰਤ ਹੈ ਹੀ ਨਹੀਂ ਜੁੜੀ, ਗੁਰੂ ਚਰਨਾਂ ਨਾਲ ਨਹੀਂ ਜੁੜੇ। ਕਈਆਂ ਦੇ ਕੋਲ 10,000 ਦੇ ਵਿੱਚ ਹੀ ਗੁਜ਼ਾਰਾ ਕਰੀ ਜਾਂਦੇ ਸੀ। ਉਹ ਕਿਵੇਂ? ਕਿਉਂਕਿ ਸੁਰਤ ਹੁਣ ਗੁਰੂ ਚਰਨਾਂ ਨਾਲ ਜੁੜ ਗਈ, ਸਮਝ ਆ ਗਈ, ਜਿਤਨੇ ਵਿੱਚ ਗੁਰੂ ਨੇ ਗੁਜ਼ਾਰਾ ਕਰਾਉਣਾ ਉਹਨਾਂ ਦੇ ਦੇਣਾ ਤੈਨੂੰ। ਇਸ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਇੱਕ ਅਰਦਾਸ ਕਰੋ ਸੱਚੇ ਪਾਤਸ਼ਾਹ ਕਿ ਹੁਣ ਕਿਰਪਾ ਕਰਕੇ ਨਾ ਸਾਡੀ ਸੁਰਤ ਰੱਬ ਦੇ ਚਰਨਾਂ ਨਾਲ ਜੁੜੇ, ਇਹ ਤੇਰੀ ਕਿਰਪਾ ਤੋਂ ਬਿਨਾਂ ਖੇਡ ਨਹੀਂ ਬਣਨੀ। ਇਸ ਕਰਕੇ ਐਸੇ ਸਤਸੰਗੀ ਜਨ ਇਸ ਤਰ੍ਹਾਂ ਦਾ ਮਾਹੌਲ ਬਖਸ਼ੋ ਤਾਂ ਕਿ ਸਾਡੀ ਜਿੰਦ ਜਿਹੜੀ ਨਿਤਾਣੀ ਅਤੇ ਨਿਕੰਮੀ ਨਾ ਰਹੇ। ਆਪਾਂ ਇਸ ਕਰਕੇ ਹੀ ਮੰਗ ਕਰਦੇ ਹਾਂ ਕਿ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ, ਕਹੂ ਨਾਨਕ ਕੀ ਅਰਦਾਸ। ਸਤਸੰਗਤ ਮੰਗਿਆ ਕਰੋ, ਸਤਸੰਗਤ ਦੀਆਂ ਘੜੀਆਂ ਮੰਗਿਆ ਕਰੋ, ਹਰ ਰੋਜ਼ ਅਰਦਾਸ ਕਰਿਆ ਕਰੋ ਵੀ ਸਤਸੰਗਤ ਨਾਲ ਜੋੜੀ ਰੱਖੀ, ਕਿਉਂਕਿ ਸਤਸੰਗਤ ਵਿੱਚ ਆਵਾਂਗੇ ਮਨ ਤਕੜਾ ਹੁੰਦਾ। ਸਤਸੰਗਤ ਨਾਲੋਂ ਟੁੱਟ ਗਏ ਮਨ ਜਿਹੜਾ ਉਹ ਬੜਾ ਨਿਢਾਲ ਹੋ ਜਾਂਦਾ ਹੈ, ਦੁਖੀ ਹੋ ਜਾਂਦਾ ਹੈ। ਸਤਸੰਗਤ ਹੀ ਉਹ ਦਾਤ ਹੈ ਗੁਰੂ ਸਾਹਿਬ ਜੀ ਦੀ, ਜਦੋਂ ਸਤਸੰਗਤ ਨਾਲ ਕੋਈ ਸਿੱਖ ਜੁੜ ਜਾਂਦਾ ਉਹ ਅਮੀਰ ਹੋ ਜਾਂਦਾ। ਆਓ ਇਹ ਪੌੜੀ ਦਾ ਪਾਠ ਕਰਕੇ ਉਪਰੰਤ ਸਮਾਪਤੀ ਸਾਰਿਆਂ ਨੇ ਗੁਰੂ ਚਰਨਾਂ 'ਚ ਆਪੋ ਆਪਣੀਆਂ ਹਾਜ਼ਰੀਆਂ ਦਰਜ ਕਰਾਉਣੀਆਂ ਜੀ, ਔਰ ਗੁਰੂ ਚਰਨਾਂ 'ਚ ਦਾਸ ਦੇ ਲਈ ਵੀ ਅਰਦਾਸ ਕਰਨੀ ਅਤੇ ਆਪਣੇ ਲਈ ਵੀ ਅਰਦਾਸ ਕਰਨੀ ਕਿ ਮਹਾਰਾਜ ਆਪਣੇ ਸਤਸੰਗਤ ਬਖਸ਼ੋ, ਸਤਸੰਗਤ ਦੇ ਨਾਲ ਜੁੜ ਕੇ ਇਹ ਲਿਵ ਤੇਰੇ ਚਰਨਾਂ ਨਾਲ ਜੁੜੀ ਰਹੇ। ਹਰ ਰੋਜ਼ ਦੀ ਸੰਗਤ ਸ਼ਬਦ ਦਾ ਅਭਿਆਸ ਬਖਸ਼ੋ। ਆਓ ਪਿਆਰ ਨਾਲ ਪਾਠ ਕਰੋ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ, ਦੇਹ ਨਿਮਾਣੀ ਲਿਵੈ ਬਾਝੋਂ। ਕਿਆ ਕਰੇ ਬੇਚਾਰੀਆ, ਕਿਆ ਕਰੇ ਬੇਚਾਰਿਆ, ਤੁਧ ਬਾਝ ਸਮਰਥ ਕੋਇ ਨਾਹੀ, ਤੁਝ ਬਾਝ ਸਮਰਥ ਕੋਈ ਨਾਹੀ। ਕਿਰਪਾ ਕਰ ਬਨਵਾਰੀਆ, ਕਿਰਪਾ ਕਰ ਬਨਵਾਰੀਆ। ਇਸ ਨੂੰ ਹੋਰ ਥਾਉ ਨਾਹੀ, ਇਸਨੂੰ ਹੋਰ ਥਾਉ ਨਾਹੀ।
ਨਾਹੀ। ਸ਼ਬਦ ਲਾਗ ਸਵਾਰੀਆ ਸ਼ਬਦ ਲਾਗ ਸਵਾਰਿਆ। ਕਹਿ ਨਾਨਕ ਲਿਵੈ ਬਾਝੋਂ ਕਹਿ ਨਾਨਕ ਲੀਵੈ ਬਾਝੋਂ। ਕਿਆ ਕਰੇ ਵਿਚਾਰੀਆ ਕਿਆ ਕਰੇ ਵਿਚਾਰਿਆ। ਕਹਿ ਨਾਨਕ ਲਿਵੈ ਬਾਝੋਂ ਕਹਿ ਨਾਨਕ ਲੀਵੈ ਬਾਝੋਂ। ਕਿਆ ਕਰੇ ਵਿਚਾਰੀਆ। ਕਿਆ ਕਰੇ ਵਿਚਾਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।